वाहिगुरु जी का खालसा वाहिगुरु जी की फतेह। गुरु दर ते हाजर गुरु खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी ने दूसरी उदासी तलवंडी तो शुरू की है, जिसनों अज आपां ननकाना साहब कहते हाँ। सतगुरु पहला कुरुक्षेत्र आए जिथे सूरज ग्रहण का मेला सी और उतों के लोगों के भरम निवारे। फिर सतगुरु हरिद्वार गए। इथे तीर्थ इशनान का पुरब सी। इत्थे जेडे लोग नहाउंदे आ सूरज नूं पानी दिंदे सी, सतगुरु ने उन्हां दा भरम निवारिया कि ऐसा कुदरत का कोई नियम नहीं है कि सूरज देवते दे राही वो पानी तुहाडे बजुर्गां नूं पहुँचा देवे। ये महज एक तुहाडे मनां दा एक भरम है, महज एक तुसी कर्म कांडी रस्म दे विच तुसी लगे हुए हो, पर यह सच नहीं है। ये सच नहीं है। फिर जेडे गंगा दे किनारे इशनान करके तरपण दे विच संध्या दे विच प्रविरत सन, जब समाधियां ला के माला लैके बैठे सन, सतगुरां ने उन्हां दा भी भरम निवारिया कि जदों तुहाडी सुरती, तुहाडा ध्यान, तुहाडा मन किसी दा काबल विच है, किसी दा इंद्रा परस्त विच है और किसी का ध्यान जिहड़ा है वो मुल्तान दे विच है, तो फिर ये महज एक विखावा है, पखंड है।
ਉਹ ਗੁਰੂ ਦੇ ਚਰਨਾਂ ਤੇ ਢਹਿ ਪਏ। ਫਿਰ ਉਹਨਾਂ ਨੇ ਕਿਹਾ ਮਹਾਰਾਜ ਸਾਡੇ ਨਾਲ ਭੋਜਨ ਕਰੋ। ਹੁਣ ਸਤਿਗੁਰੂ ਨੇ ਉਹਨਾਂ ਦਾ ਇਹ ਵੀ ਭਰਮ ਨਿਵਾਰਿਆ ਕਿ ਚੌਂਕੇ ਸੁੱਚੇ ਕਰਨੇ, ਲੱਕੜਾਂ ਧੋਣੀਆਂ, ਦਾਣੇ ਦਾਲਾਂ ਧੋ ਕੇ ਬਣਾਉਣੀਆਂ, ਬੈਠਣ ਲੱਗਿਆਂ ਕਾਰਾਂ ਕੱਢਣੀਆਂ, ਕੱਪੜੇ ਉਤਾਰ ਲੈਣੇ, ਕਿ ਹੋ ਸਕਦਾ ਹੈ ਕੱਪੜਿਆਂ ਦੇ ਉੱਤੇ ਹੀ ਕੋਈ ਛੱਟਾ ਪਿਆ ਹੋਵੇ ਕਿਸੇ ਝੂਠ ਦਾ। ਸਤਿਗੁਰੂ ਨੇ ਉਹ ਭਰਮ ਵੀ ਨਿਵਾਰਿਆ ਕਿ ਜੇ ਤੁਹਾਡੇ ਆਪਣੇ ਅੰਦਰ ਕ੍ਰੋਧ ਹੈ, ਨਿੰਦਿਆ ਹੈ, ਕਾਮ ਹੈ, ਪਰਾਈ ਤਾਤ ਹੈ, ਤੇ ਬਾਕੀ ਨੀਵੀਆਂ ਜਾਤਾਂ ਦਾ ਤੁਸੀਂ ਕੀ ਕਰਨਾ ਹੈ? ਕਿਉਂਕਿ ਦੂਜੇ ਧਰਮਾਂ ਦੇ ਵਿੱਚ ਜਾਤ ਨੂੰ ਨੀਵਾਂ ਮੰਨਿਆ ਜਾਂਦਾ ਹੈ, ਸਤਿਗੁਰਾਂ ਨੇ ਨਹੀਂ ਮੰਨਿਆ। ਸਤਿਗੁਰੂ ਮੰਨਦੇ ਨੇ ਮਨੁੱਖ ਦੇ ਕਰਮ। ਜੇ ਕਰਮ ਨੀਵੇਂ ਨੇ ਤੇ ਬੰਦਾ ਨੀਵਾਂ ਹੈ, ਜੇ ਕਰਮ ਉੱਚੇ ਨੇ ਤੇ ਬੰਦਾ ਉੱਚਾ ਹੈ। ਜਾਤੀ ਦੀ ਕੋਈ ਮਹਾਨਤਾ ਨਹੀਂ ਹੈ। ਕੋਈ ਬ੍ਰਾਹਮਣ ਹੋ ਕੇ ਨੀਵੇਂ ਕਰਮ ਕਰੇਗਾ ਤੇ ਉੱਤਮ ਨਹੀਂ ਮੰਨਿਆ ਜਾ ਸਕਦਾ। ਹੁਣ ਨੀਚ ਜਾਤ ਹਰ ਜਪਤਿਆਂ, ਊਤਮ ਪਦਵੀ ਪਾਏ। ਹੁਣ ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਿਵਾਜ ਗੁਸਾਈਆਂ ਮੇਰਾ, ਮਾਥੈ ਛਤਰ ਧਰੇ। ਉਹ ਤਾਂ ਹੈ ਹੀ ਗਰੀਬ ਨਵਾਜ ਹੈ ਭਾਈ। ਹੁਣ ਸੈਣ ਨਾਈ ਬੁੱਤ ਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮੈਂ ਗਣਿਆ। ਹੁਣ ਕਿਵੇਂ ਤੁਸੀਂ ਕਹੋਗੇ ਕਿ ਨਾਈ ਨੀਵੀਂ ਜਾਤੀ ਹੈ? ਸਤਿਗੁਰੂ ਕਹਿੰਦੇ ਉਹ ਤੇ ਭਗਤਾਂ ਦੇ ਵਿੱਚ ਹੈ ਭਾਈ, ਭਗਤ ਬਣਿਆ ਬੈਠਾ ਹੈ। ਔਰ ਅੱਜ ਸੈਣ ਨਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠਾ ਹੈ, ਕਿਉਂਕਿ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਸਤਿਗੁਰੂ ਨੇ ਇਹ ਵੀ ਉਹਨਾਂ ਦਾ ਭਰਮ ਨਿਵਾਰਿਆ। ਹੁਣ ਕਥਾ ਇਹ ਹੈ ਕਿ ਉਹਨਾਂ ਨੇ ਗੁਰੂ ਜੀ ਦੇ ਚਰਨ ਫੜ ਲਏ। ਕਹਿਣ ਲੱਗੇ ਜੀ ਤੁਹਾਡੇ ਤੋਂ ਬਾਅਦ ਫਿਰ ਸਾਨੂੰ ਤਾਂ ਕੋਈ ਗੁਰੂ ਮਿਲੇਗਾ ਹੀ ਨਹੀਂ, ਕੌਣ ਰਾਹ ਦੱਸੇਗਾ? ਕਿਉਂਕਿ ਗੁਰੂ ਦਾ ਆਖਰੀ ਅਰਥ ਗਿਆਨ ਦੇਣ ਵਾਲਾ ਹੈ। ਸਾਡੀ ਗਲਤੀ ਹੈ ਵੀ ਅਸੀਂ ਗੁਰੂ ਨੂੰ ਵੀ ਚੀਜ਼ਾਂ ਦੇਣ ਵਾਲਾ ਮੰਨ ਲਿਆ। ਤੁਸੀਂ ਬੰਦੇ ਦੀ ਭੁੱਖ ਵੇਖੀ ਹੈ ਨਾ, ਮਤਲਬ ਨਾ ਅਫਸਰ ਸੂਤ ਆਵੇ ਤੇ ਚਪੜਾਸੀ ਮਗਰ ਵੀ ਤੁਰਿਆ ਫਿਰਦਾ ਹੈ। ਨਹੀਂ ਨਹੀਂ ਭਾਜੀ ਤੁਸੀਂ ਕੁਝ ਕਰਾ ਦਿਓ। ਇਹ ਬੰਦੇ ਦੀ ਫਿਤਰਤ ਹੈ। ਜੇ ਚਪੜਾਸੀ ਵੀ ਨਾ ਸੂਤ ਆਵੇ ਤੇ ਜਿਹੜਾ ਬਾਹਰ ਖੋਖੇ ਵਾਲਾ ਚਾਹ ਵਾਲਾ ਹੁੰਦਾ ਹੈ ਬੰਦਾ ਉਹਦੇ ਮਗਰ ਤੁਰ ਪੈਂਦਾ। ਨਹੀਂ ਤੁਹਾਡਾ ਤੇ ਜੁਗਾੜ ਹੋਏਗਾ ਨਾ, ਤੁਹਾਡੀ ਚਾਹ ਤੇ ਅੰਦਰ ਜਾਂਦੀ ਹੈ। ਗੁਰੂ ਨੇ ਇਹ ਦੱਸਿਆ ਸੀ ਵੀ ਦੇਣ ਵਾਲਾ ਰੱਬ ਹੈ, ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ। ਇਸੇ ਕਰਕੇ ਜਿਨ੍ਹਾਂ ਨੂੰ ਹਵਾ ਚਾਹੀਦੀ ਸੀ ਉਹਨਾਂ ਨੇ ਪਵਨ ਦੇਵਤਾ ਮੰਨ ਲਿਆ, ਜਿਨ੍ਹਾਂ ਨੂੰ ਅੱਗ ਚਾਹੀਦੀ ਸੀ ਉਹਨਾਂ ਨੇ ਅਗਨ ਦੇਵਤਾ ਮੰਨ ਲਿਆ, ਜਿਨ੍ਹਾਂ ਨੂੰ ਪਾਣੀ ਚਾਹੀਦਾ ਸੀ ਉਹਨਾਂ ਨੇ ਜਲ ਦੇਵਤਾ ਮੰਨ ਲਿਆ। ਸੂਰਜ ਵੀ ਦੇਵਤਾ ਹੋ ਗਿਆ, ਚੰਦਰਮਾ ਵੀ ਦੇਵਤਾ ਹੋ ਗਿਆ। ਹੁਣ ਤੱਕ ਤੇ ਅਮਰੀਕਾ ਵਰਗੇ, ਰਸ਼ੀਆ ਵਰਗੇ, ਚਾਈਨਾ ਵਰਗੇ ਮੁਲਕ ਫਨਾਹ ਹੋ ਜਾਣੇ ਚਾਹੀਦੇ ਸੀ। ਉੱਤੇ ਰੋਜ਼ ਰਾਕਟ ਲੈ ਕੇ ਉਹ ਚੰਦਰਮਾ ਤੇ ਪਹੁੰਚ ਜਾਂਦੇ ਨੇ, ਉੱਤੇ ਤੁਰੇ ਫਿਰਦੇ ਨੇ, ਮਿੱਟੀ ਪੁੱਟਦੇ ਫਿਰਦੇ ਨੇ ਚੰਦਰਮਾ ਦੀ। ਜੇ ਉਹ ਦੇਵਤਾ ਹੁੰਦਾ ਤੇ ਤਾਂ ਸਾਰੇ ਸੜ ਕੇ ਸੁਆਹ ਹੋ ਜਾਣੇ ਚਾਹੀਦੇ ਸੀ। ਪਰ ਕੌਣ ਸਮਝਾਵੇ? ਗੁਰੂ ਨੇ ਇਹ ਗੱਲ ਸਾਨੂੰ ਸਮਝਾਈ ਸੀ ਭਾਈ। ਮੰਨੋ 33 ਕਰੋੜ ਦੇਵੀ ਦੇਵਤੇ ਨੇ, ਮੰਨੋ ਸਤਿਗੁਰੂ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇਹ ਚੇਤਾ ਰੱਖਣਾ ਕਿ ਨਾਵਣ ਕਉ ਤੀਰਥ ਘਣੇ, ਪੂਜਣ ਕਉ ਬਹੁ ਦੇਵ, ਕਹੋ ਕਬੀਰ ਛੂਟਣ ਨਹੀਂ, ਛੂਟਣ ਹਰ ਕੀ ਸੀ। ਮੁਕਤੀ ਨਹੀਂ ਹੈ,
ठीक है, मन मन परचावा है, मन की सैटिस्फैक्शन वास्ते ठीक है। जिमें गालब साहब कहते ने कि दिल बहलाने को गालब ये ख्याल अच्छा है। हुण मैं उदा ही अपने नाल दे बैठे नूं कही जावां भी तू ही अमरीक सिंह है, ये कवे भी नहीं मेरा नाम अमरीक सिंह नहीं है, मेरा नाम मनदीप सिंह है। मैं कहा नहीं 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 तू अमरीक सिंह है। तो फिर यही कहेगा भी चलो भाई साहब तुसीं अमरीक सिंह ही समझ लो, मैनू होर की है। हालात ही बन गए कि असी धिंगो जोरी लगे हुए हैं। इत्थे जंड भी देवता बन गया, पिपल भी देवता बन गया, करीर भी देवते बन गए, दबी तुरे उन्हें हटते ही नहीं असी। पर सतगुरु ने बाणी विच पुकार पुकार के कहा कि बिन करतार ना किरतम मानो, रब तो बिना रब दियां बनाईयां चीज़ां नूं ना मनो। ये मूर्खता है तुहाडी। आद अजोन अजय अबनाशी तह परमेश्वर जानो। गुरु ने दसिया सी भी देण वाला रब है। असी कह नहीं 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 बस तुसी देण वाले हो जी। असी गुरु नूं फड़ के बह गए। हुण जदों गुरु नूं फड़ के बह गए तो नुकसान कोई नहीं सी, अजे भी गल ठीक सी। बेड़ी उदों डुब गई जदों गुरु की थां नवां गुरु लभ लिया सी। हुण ज्ञान देण वाले बंदे लभ गए। हुण बंदियां दा ज्ञान जिहड़ा सी उन्हें मुड़ के सानू वापस ही नहीं आउण दिता, क्योंकि बंदियां दी हालत यह है कि आप अपनी बुद्ध है जेती बरनत भिन्न भिन्न तोहे तेती। जिन्ना किसी बंदे कोल ज्ञान होएगा तुहानू उन्ना ही समझाएगा ना। हुण तुसीं ये मन के चलो भी ज्ञानी जी अपनी अकल नालों सियाणी गल करनगे तो तुहाडी भी गलती है। मैं उन्नी गल करांगा जिन्नी क रब ने मैनू कोई अकल मत दिती है। अपनी बुद्धि तो सियाणी कोई बंदा गल नहीं कर सकता, उन्नी गल करेगा जिन्नी अकल का मालक होएगा। ये तो गल तुसी भी कहने हो। किसी ने आके कहा कि भाई आ तेरे छोटे भरा ने इदा कर दिता है, तेरे लड़के ने इदा कर दिता है, तेरे नौकर ने इदा कर दिता है, तो तुसी कस्टमर की सैटिस्फैक्शन लिए की कहने हो। भाजी गुस्सा ना करो, ये इन्नी की अकल का मालक है। ये तुहाडियां ही गल्लां ने, मैं कोई गल्लां घरों थोड़ा लैके आउना। ये तुहाडी मेरी जिंदगी दियां रोज़मर्रा दियां गल्लां ने। ये गल्लां साडी जिंदगी के बड़े नेड़े दियां गल्लां ने। उदा ही जदों धर्म की दुनिया में आउने असी भवंतर जाने तो पता नहीं सोचते भी गल्लां कित्थों आ गईयां। गल्लां बाहरों नहीं आउंदियां, गल्लां इत्थों ही ने, तुहाडे जीवन दियां ही गल्लां ने। कि कोई भी व्यक्ति अपनी अकल तो सियाणा काम नहीं कर सकता, सियाणी गल नहीं कर सकता। तो बंदियां मगर जाओगे तो यही हालत होएगी जो साडी हो गई है। अज सिख धर्म की हालत तुसी वेखी की है। कौन पुछदा गुरु नानक साहब ने की किया? कौन पुछदा गुरु कलगीधर पातशाह ने की आख्या? वो कहते नहीं साडे बाबा जी ने इदा ही किया। वो तो मैं रोज़ बेनती करदा भी वो आर्मी की जो कानवाई चलती है ना, फौजियों के ट्रक चलते हैं ना, तो वो तुसी वेख्या होना भी एक लाइन में चलते हैं, एक स्पीड पर चलते हैं। तो उन्होंने अगले पासे ना एक जीप होंदी है, ਉਹਦੇ ਵਿੱਚ कोई ना कोई सूबेदार रैंक का या कोई होर इदां दा अफसर बैठा होंदा है। उन्हें सब नूं क्या होंदा भी तुसी मेरे मगर आउणा है। हुण पिछों कोई व्यक्ति आया, उन्होंने साइड चाहिदी सी, सड़क छोटी आ गई, उन्हें बथेरे हारन मारे, अखीर उन्हें गड्डी कच्चे करके उन्हें फौजी नूं कहा कि भाई साइड ते कर लै। वो कहता नहीं साहब ने बोला है ऐसे ही चलेंगे। वो कहते साडे बाबा जी ने इदा कहा। हुण दसो उस बाबा जी का की करोगे?
ਉਹ ਫਿਰ ਰੌਲਾ ਇੱਥੇ ਪੈ ਗਿਆ। ਉਹ ਕਹਿੰਦਾ ਜੀ ਤੇਰੇ ਬਾਬੇ ਨੇ ਇੱਦਾਂ ਕਿਹਾ ਤੇ ਸਾਡੇ ਬਾਬੇ ਨੇ ਫਿਰ ਇੱਦਾਂ ਕਿਹਾ। ਇਹ ਤਾਂ ਸ਼ੁਕਰ ਹੈ ਵੀ ਸਾਡੀ ਗਿਣਤੀ 2-3 ਕਰੋੜ 'ਚ ਮੁੱਕ ਜਾਂਦੀ ਹੈ, ਤੇ ਜੇ ਕਿਤੇ ਸਾਡੀ ਗਿਣਤੀ 70-75 ਕਰੋੜ ਹੁੰਦੀ ਤੇ 32 ਕਰੋੜ 33 ਕਰੋੜ ਮੇਰੇ ਖਿਆਲ ਸਾਡੇ 'ਚ ਵੀ ਬਾਬੇ ਪੈਦਾ ਹੋ ਜਾਣੇ ਸੀ। ਔਰ ਅੱਜ ਵੀ ਦੌੜ ਇਸੇ ਗੱਲ 'ਚ ਹੀ ਲੱਗੀ ਹੋਈ ਹੈ। ਸਿੱਖ ਬਣਨ ਨਾਲੋਂ ਲੋਕ ਬਾਬਾ ਬਣਨਾ ਜ਼ਿਆਦਾ ਵਧੀਆ ਸਮਝਦੇ ਨੇ, ਕਿਉਂਕਿ ਸਿੱਖ ਬਣੋਗੇ ਤੇ ਗੁਰੂ ਦੇ ਬਚਨ ਮੰਨਣੇ ਪੈਣਗੇ, ਬਾਬਾ ਹੀ ਬਣ ਜਾਓਗੇ ਤੇ ਦੁਨੀਆ ਤੁਹਾਡੇ ਬਚਨ ਮੰਨੇਗੀ। ਗੁਰੂ ਦੀ ਗੱਲ ਮੰਨਣ ਨਾਲੋਂ ਲੋਕਾਂ ਨੂੰ ਗੱਲ ਮਨਾਉਣ ਵਿੱਚ ਅਸੀਂ ਜ਼ਿਆਦਾ ਅੱਗੇ ਲੱਗੇ ਹੋਏ ਹਾਂ। ਗੁਰੂ ਨੇ ਇਹਨਾਂ ਦਾ ਫਿਰ ਭਰਮ ਨਿਵਾਰਿਆ, ਇਹ ਵੀ ਗਲਤ ਹੈ। ਹੁਣ ਉਹ ਜਿਹੜੇ ਪੰਡਤ ਸੀ, ਬ੍ਰਾਹਮਣ ਸੀ, ਸੰਨਿਆਸੀ ਸੀ, ਉਹਨਾਂ ਦੇ ਕਰਮ ਚੰਗੇ, ਭਾਗ ਚੰਗੇ ਸੀ, ਉਹਨਾਂ ਨੇ ਗੁਰੂ ਦੇ ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਹੁਣ ਨਹੀਂ ਜਾਣ ਦੇਣਾ ਤੁਹਾਨੂੰ, ਹੁਣ ਤਾਂ ਸਾਨੂੰ ਬੜਾਓ ਆਪਣੇ ਸਿੱਖ, ਸਾਨੂੰ ਦਿਓ ਆਪਣੀ ਸਿੱਖ ਮੱਤ, ਸਾਨੂੰ ਦੱਸੋ ਵੀ ਅਸੀਂ ਜੀਵਨ ਜਿਉਣਾ ਕਿਵੇਂ ਹੈ। ਕਿਉਂਕਿ ਇਸ਼ਨਾਨ ਕਰਕੇ ਵੀ ਵੇਖ ਲਏ, ਪੁੱਠੇ ਲਟਕੇ ਵੀ ਵੇਖ ਲਏ, ਵਰਤ ਰੱਖ ਕੇ ਵੀ ਵੇਖ ਲਏ, ਦਾਨ ਕਰਕੇ ਵੀ ਵੇਖ ਲਏ। ਹੁਣ ਇੱਥੇ ਕੋਈ ਮੇਰੇ ਵਰਗਾ ਰੋਜ਼ ਇੱਥੇ ਲੈ ਆਉਂਦਾ 2 ਕਿਲੋ ਚੌਲ ਬਣਾ ਕੇ, ਜੇ ਇੱਥੇ ਵਰਤਾ ਲਈਏ ਜੀ ਵੀ ਦਾਨ ਇਹਨੂੰ ਥੋੜ੍ਹਾ ਕਹਿੰਦੇ ਨੇ। ਜੇ ਦਾਨ ਹੀ ਕਰਨਾ ਤਾਂ ਹਿੰਦੂ ਧਰਮ ਤੋਂ ਪੁੱਛ ਕੇ ਵੇਖੋ, ਅਸ ਦਾਨ, ਗੱਜ ਦਾਨ, ਸੇਜਾ ਨਾਰੀ, ਭੂਮ ਦਾਨ, ਐਸੋ ਦਾਨ ਨਿਤ ਨਿਤੈ ਕੀਜੈ। ਸਨਾਤਨ ਮੱਤ ਵਿੱਚ ਹਾਥੀ ਦਾ ਵੀ ਦਾਨ ਹੈ, ਘੋੜਿਆਂ ਦੇ ਵੀ ਦਾਨ ਨੇ। ਜੇ ਜੱਗ ਨੇ ਤੇ ਉਹਨਾਂ ਵਿੱਚ ਬਲੀਆਂ ਵੀ ਨੇ। ਇੱਥੇ 2 ਕਿਲੋ ਛੋਲੇ ਰਹਿਣਗੇ ਤੇ ਅਸੀਂ ਸਾਰੀ ਗੁਰਦੁਆਰੇ ਦੀ ਪਾਰਕਿੰਗ ਗੰਦੀ ਕਰ ਦਿੰਦੇ ਆ, ਤੇ ਫਿਰ ਸੋਚਦੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਤਰੁੱਠੇ ਨਹੀਂ। ਵੀ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਛੋਲੇ ਖਾ ਕੇ ਤਰੁੱਠਣਗੇ ਤਾਂ ਫਿਰ ਤਾਂ ਭਾਈ ਕਿਸੇ ਹਿੰਦੂ ਵੀਰ ਤੇ ਤਰੁੱਠਣਗੇ ਜਿਹੜਾ ਜੱਗ ਕਰੇਗਾ। ਤੇਰੇ 2 ਕਿਲੋ ਛੋਲਿਆਂ ਨਾਲੋਂ ਕਾਹਨੂੰ ਮੰਨੇਗਾ। ਇਸ ਕਰਕੇ ਗੱਲ ਨੂੰ ਸਮਝਣ ਦੀ ਲੋੜ ਹੈ। ਗੁਰੂ ਨੇ ਤੁਹਾਨੂੰ ਇੱਕ ਛੋਟਾ ਜਿਹਾ ਸ਼ਬਦ ਦੇ ਦਿੱਤਾ ਵੀ ਤੁਸੀਂ ਦਸਵੰਧ ਕੱਢਣਾ ਹੈ, ਗੱਲ ਖਤਮ ਹੋ ਗਈ। ਇਸ ਤੋਂ ਅੱਗੇ ਗੱਲ ਹੈ ਹੀ ਕੋਈ ਨਹੀਂ। ਜਿਹਦੇ ਕੋਲੇ ਬਹੁਤਾ ਹੈ ਬਹੁਤਾ ਕੱਢੇ, ਜਿਹਦੇ ਕੋਲ ਥੋੜਾ ਹੈ ਥੋੜਾ ਕੱਢੇ। ਬਾਕੀ ਇਹ ਜਿੰਨੇ ਹਰਿਦੁਆਰ ਦੇ ਉਸ ਧਰਤੀ ਤੇ ਪੰਡਤ ਬ੍ਰਾਹਮਣ ਆਏ ਸੀ, ਇਹਨਾਂ ਸਾਰਿਆਂ ਦੀ ਗੱਲ ਹੈ। ਇਹ ਪਾਠ ਫਿਰ ਸੁਣ ਲੈਣਾ। ਸ਼੍ਰੀ ਨਾਨਕ ਕੇ ਸੁਨ ਬਚ ਐਸੇ, ਉਰ ਮੈਂ ਗੁਨਤ ਹੋਤੋ ਮਨ ਜੈਸੇ। ਫਿਰ ਉਹਨਾਂ ਕੀ ਕੀਤਾ, ਜਾਣੇ ਆਪਣੇ ਸਰਬ ਵਿਕਾਰਨ, ਚਹਿਤ ਭੈ ਅਬ ਕਿਉ ਹਵੈ ਟਾਰਨ। ਅਵਰ ਠੌਰ ਤੇ ਮਨ ਕੋ ਮੋਰਾ, ਸ਼੍ਰੀ ਗੁਰ ਪਗ ਮੈਂ ਨਿਸ਼ਚਾ ਜੋਰਾ। ਬਿਨੇ ਭਨਤ ਹਮ ਕੋ ਸਿੱਖ ਕੀਜੈ। ਉਹ ਹੱਥ ਜੋੜ ਕੇ ਕਹਿੰਦੇ ਮਹਾਰਾਜ ਹੁਣ ਆਪਣੇ ਸਿੱਖ ਬਣਾ ਲਓ, ਹੋਰ ਕੋਈ ਰਸਤਾ ਸਾਡੇ ਕੋਲ ਬਾਕੀ ਨਹੀਂ ਬਚਿਆ। ਸ਼ਰਨ ਪਰੇ ਕੀ ਲਾਖ ਲਾਜ ਰਖੀਜੈ। ਸਾਨੂੰ ਛੱਡ ਕੇ ਨਾ ਜਾਇਓ, ਹੁਣ ਸਾਨੂੰ ਆਪਣੇ ਸਿੱਖ ਬਣਾ ਲਓ, ਸਾਨੂੰ ਆਪਣੇ ਰਸਤੇ ਤੇ ਚਲਾਓ, ਸਾਨੂੰ ਆਪਣੀ ਮੱਤ ਦਿਓ, ਆਪਣੀ ਸਿੱਖਿਆ ਦਿਓ। ਜਦੋਂ ਵੀ ਗੁਰਦੁਆਰੇ ਆਉਂਦੇ ਹੁੰਦੇ ਹੋ, ਇਹ ਨਾ ਕਿਹਾ ਕਰੋ ਮਹਾਰਾਜ ਕੋਠੀਆਂ ਕਾਰਾਂ ਦਿਓ, ਗੁਰੂ ਨੂੰ ਕਿਹਾ ਕਰੋ ਮਹਾਰਾਜ ਆਪਣੀ ਮੱਤ ਦਿਓ। ਫਿਰ ਜਿਹੜੀ ਉਹਦੀ ਮੱਤ ਨਾਲ ਕੋਠੀ ਮਿਲੇਗੀ ਨਾ, ਉਹ ਸੁੱਖ ਹੰਡਣੀ ਹੋਏਗੀ। ਉਹਦੀ ਮੱਤ ਤੋਂ ਬਾਅਦ ਜਿਹੜੀ ਕਾਰ ਮਿਲੇਗੀ, ਉਹ ਵੀ ਸੁੱਖ ਹੰਡਣੀ ਹੋਏਗੀ। ਉਹਦੀ ਮੱਤ ਤੋਂ ਬਾਅਦ ਜਿਹੜੇ ਉੱਚੇ ਮਾਣ ਮਰਤਬੇ ਮਿਲਣਗੇ, ਉਹ ਬੜੇ ਮਾਣ ਤਾਣ ਵਾਲੇ ਹੋਣਗੇ ਭਾਈ, ਬੜੇ ਉੱਚੇ ਮਰਤਬੇ ਹੋਣਗੇ ਉਹ। ਮੈਂ ਆਪ ਜੀ ਦੇ ਗਿਆਤ ਵਾਸਤੇ ਬੇਨਤੀ ਕਰਾਂ, ਬੜੀ ਵੱਡੀ ਗੱਲ ਇੱਥੇ ਕੀਰਤਨ ਕਰਦੇ ਨੇ ਭਾਈ ਕੁਲਤਾਰ ਸਿੰਘ ਹੋਰੀ, ਉਹਨਾਂ ਦੇ ਨਾਲ ਤਬਲਾ ਵਜਾਉਂਦੇ ਨੇ ਭਾਈ ਸਵਰਨ ਸਿੰਘ। ਅਸੀਂ ਸਾਰੇ ਉਹਨਾਂ ਨੂੰ ਪਿਆਰ ਨਾਲ ਭਾਊ ਜੀ ਕਹਿੰਦੇ ਆ। ਮੇਰਾ ਖਿਆਲ 82 ਸਾਲ ਉਮਰ ਉਹਨਾਂ ਦੀ, 80-82 ਸਾਲ।
ਹੁਣ ਵੀ ਤਬਲਾ ਵਜਾਉਂਦੇ ਨੇ। ਕਦੇ ਤੁਹਾਨੂੰ ਮਿਲੇ ਤੇ ਪੁੱਛਿਓ ਵੀ ਇਹ ਗੱਲ ਠੀਕ ਹੈ। ਭਾਈ ਕੁਲਤਾਰ ਸਿੰਘ ਦੇ ਦਾਦਾ ਜੀ ਹੋਏ ਨੇ ਭਾਈ ਜਵਾਲਾ ਸਿੰਘ। ਭਾਈ ਜਵਾਲਾ ਸਿੰਘ ਕਹਿੰਦੇ ਵੀ ਮੈਂ ਸਟੇਜ ਤੇ ਬੈਠਾ ਸੀ, ਸਟੇਜ ਤੇ, ਕਿੱਥੇ? ਨਨਕਾਣਾ ਸਾਹਿਬ। ਉੱਥੇ ਭਾਈ ਕਾਹਨ ਸਿੰਘ ਨਾਭੇ ਨੂੰ ਬੁਲਾਇਆ, ਕਹਿੰਦੇ ਜੀ ਤੁਹਾਡਾ ਸਨਮਾਨ ਕਰਨਾ ਹੈ। ਪਹਿਲਾਂ ਤਾਂ ਉਹਨਾਂ ਕਿਹਾ ਵੀ ਨਹੀਂ, ਪਰ ਫਿਰ ਜਦੋਂ ਸਾਰਿਆਂ ਨੇ ਕਿਹਾ ਤਾਂ ਚਲੇ ਗਏ। ਹੁਣ ਉਹਨਾਂ ਨੇ ਭਾਈ ਸਾਹਿਬ ਨੂੰ ਸਰੋਪਾ ਦਿੱਤਾ, ਉਹਨਾਂ ਲੈ ਲਿਆ। ਉਹਨਾਂ ਕਿਰਪਾਨ ਦਿੱਤੀ, ਉਹ ਵੀ ਲੈ ਲਈ। ਹੁਣ ਮੈਂ ਤੁਹਾਨੂੰ ਕੋਈ ਨਾਟਕ ਚੁਟਕਲਾ ਨਹੀਂ ਸੁਣਾਉਣ ਲੱਗਾ। ਹੁਣ ਉਹਨਾਂ ਨੇ ਪੱਗ ਦਿੱਤੀ। ਜਦੋਂ ਪੱਗ ਦਿੱਤੀ, ਭਾਈ ਕਾਹਨ ਸਿੰਘ ਕਹਿਣ ਲੱਗੇ ਮੈਂ ਇਹ ਨਹੀਂ ਲੈਣੀ। ਕਹਿੰਦੇ ਉਹ ਮਿਕਸ ਬੋਲਦੇ ਸੀ, ਅੱਧੀ ਹਿੰਦੀ ਅੱਧੀ ਪੰਜਾਬੀ। ਕਹਿੰਦੇ ਇਹ ਨਹੀਂ ਲੈਣੀ। ਉਹ ਕਹਿੰਦੇ ਜੀ ਕਿਉਂ ਨਹੀਂ ਲੈਣੀ? ਕਹਿੰਦੇ ਨਹੀਂ ਇਹ ਨਹੀਂ ਲੈਣੀ। ਉਹਨਾਂ ਫਿਰ ਕਿਹਾ ਵੀ ਨਹੀਂ ਭਾਈ ਸਾਹਿਬ, ਪੱਗ ਤੇ ਦਸਤਾਰ ਤਾਂ ਲੈਣੀ ਹੈ। ਕਹਿੰਦੇ ਗੱਲ ਇਹ ਵੀ ਤੁਹਾਡਾ ਲਾਉਣ ਲੱਗਿਆ ਨਹੀਂ ਪਤਾ ਲੱਗਦਾ, ਲਾਹ ਕਦੋਂ ਦਿੰਦੇ ਹੋ। ਕਦੇ ਰਹਿਣ ਦਿਓ ਤੁਸੀਂ। ਬਿਨਾਂ ਅਕਲ ਤੋਂ ਤਾਂ ਇੱਜ਼ਤ ਵੀ ਨਹੀਂ ਲੈਣੀ ਚਾਹੀਦੀ, ਇਹ ਚੇਤਾ ਰੱਖਿਓ ਜੀ। ਆ ਬਿਨਾਂ ਅਕਲ ਤੋਂ ਇੱਜ਼ਤ ਲੈਂਦੀਆਂ ਹੀ ਨੇ ਮਾਈਆਂ। ਬੱਸ 'ਚ ਬੈਠੀ ਐਵੇਂ ਭੂਆ ਬਣ ਜਾਏਗੀ ਕਿਸੇ ਦੀ, ਤੇ ਮੁੜ ਕੇ ਪਤਾ ਲੱਗ ਜਾਂਦਾ ਉਹ ਭਤੀਜਾ ਝੋਲਾ ਚੁੱਕ ਕੇ ਭੱਜ ਜਾਂਦਾ ਹੈ। ਐਵੇਂ ਕਿਸੇ ਨੇ ਆ ਕੇ ਕਹਿਤਾ ਹੋਰ ਬੇਬੇ ਕੀ ਹਾਲ ਹੈ, ਲੈ ਤੂੰ ਤੇ ਭੂਆ ਲੱਗਦੀ ਹੈ ਸਾਡੀ। ਬੇਬੇ ਖਿਲਰ ਜਾਂਦੀ ਹੈ। ਤੇ ਪਤਾ ਉਦੋਂ ਲੱਗਦਾ ਜਦੋਂ ਭਤੀਜਾ ਝੋਲਾ ਚੁੱਕ ਕੇ ਭੱਜ ਜਾਂਦਾ ਹੈ। ਬਿਨਾਂ ਵਜ੍ਹਾ ਇੱਜ਼ਤ ਵੀ ਨਹੀਂ ਲੈਣੀ ਚਾਹੀਦੀ, ਬਿਨਾਂ ਅਕਲ ਤੋਂ, ਬਿਨਾਂ ਸਮਝ ਤੋਂ, ਬਿਨਾਂ ਬੁੱਧੀ ਤੋਂ। ਇਸ ਕਰਕੇ ਜਦੋਂ ਗੁਰਦੁਆਰੇ ਆਉਣਾ ਹੈ, ਚੀਜ਼ਾਂ ਨਾ ਮੰਗਿਆ ਕਰੋ, ਅਰਦਾਸ ਕਰਿਆ ਕਰੋ, ਮਹਾਰਾਜ ਦੀਜੈ ਬੁੱਧ ਵਿਵੇਕਾ, ਸਾਨੂੰ ਗਿਆਨ ਵਾਲੀ ਬੁੱਧੀ ਦਿਓ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮੇ ਅਰਾਧਾ। ਕੋਈ ਐਸੀ ਮਤ ਦਿਓ ਜਿਹਦੇ ਨਾਲ ਅਸੀਂ ਦਿਨ ਰਾਤ ਤੁਹਾਡੀ ਭਗਤੀ ਕਰ ਸਕੀਏ। ਹਾਂਜੀ। ਜਿਉ ਜਾਨੋ ਤਿਉ ਤਾਰੀਏ, ਔਰ ਨ ਹਮ ਕੋ ਥਾਏ। ਸਤਿਗੁਰੂ ਜੀ, ਅਸੀਂ ਹੁਣ ਤੁਹਾਨੂੰ ਜਾਣ ਨਹੀਂ ਦੇਣਾ, ਇੱਥੇ ਰਹੋ, ਸਾਡਾ ਉਧਾਰ ਕਰੋ। ਜਿਉਂ ਜਾਨੋ ਤਿਉਂ ਤਾਰੀਏ। ਸਾਡੇ ਕੋਲ ਤੁਹਾਡੇ ਤੋਂ ਬਿਨਾਂ ਕੋਈ ਹੁਣ ਗੁਰੂ ਕੋਈ ਹੈ ਹੀ ਨਹੀਂ, ਅਸੀਂ ਮੰਨਦੇ ਹੀ ਨਹੀਂ ਕਿਸੇ ਨੂੰ। ਸਾਡੇ ਹੁਣ ਗੁਰੂ ਤੁਸੀਂ ਹੋ, ਤੇ ਜਿਵੇਂ ਤੁਹਾਨੂੰ ਭਾਉਂਦਾ, ਜਿਵੇਂ ਤੁਸੀਂ ਚਾਹੁੰਦੇ ਹੋ, ਸਾਡਾ ਜੀਵਾਂ ਦਾ ਉਧਾਰ ਕਰੋ। ਹਾਂਜੀ। ਪਰਮੇਸ਼ਰ ਕੋ ਰੂਪ ਹੋ, ਜਪੈ ਤਿਹਾਰੋ ਨਾਏ। ਤੁਸੀਂ ਪਰਮੇਸ਼ਰ ਦਾ ਰੂਪ ਹੋ, ਅਸੀਂ ਅੱਜ ਤੋਂ ਬਾਅਦ ਤੁਹਾਡੇ ਨਾਮ ਦਾ ਸਿਮਰਨ ਕਰਾਂਗੇ। ਲਖੇ ਦੀਨ ਗੁਰ ਬੈਣ ਉਚਾਰੇ, ਜਿਤਨੋ ਹੈ ਧਨ ਪਾਸ ਤੁਮਾਰੇ। ਗੁਰੂ ਨਾਨਕ ਦੇ ਪਿਤਾ ਜੀ ਤੁਰਠੇ, ਤਰਸ ਕੀਤਾ, ਕਹਿਣ ਲੱਗੇ ਚਲੋ ਠੀਕ ਹੈ ਭਾਈ, ਜੇ ਤੁਸੀਂ ਸਾਨੂੰ ਆਪਣਾ ਗੁਰੂ ਮੰਨਦੇ ਹੋ, ਜੇ ਤੁਸੀਂ ਸੋਚਦੇ ਹੋ ਵੀ ਤੁਹਾਡਾ ਹੋਰ ਕੋਈ ਗੁਰੂ ਨਹੀਂ ਹੈਗਾ। ਵੇਖੋ ਇਹ ਗੱਲ ਵੀ ਧਿਆਨ ਰੱਖਣਾ, ਇਹ ਗੱਲ ਤੁਸੀਂ ਕਿਸੇ ਮਾਸਟਰ ਨੂੰ ਕਹਿ ਦਿਓਗੇ ਨਾ ਵੀ ਮੈਂ ਤੁਹਾਡੇ ਕੋਲੋਂ ਵੀ ਪੜ੍ਹਦਾ, ਮੈਂ ਕਿਸੇ ਹੋਰ ਕੋਲੋਂ ਵੀ ਪੜ੍ਹਦਾ। ਹਾਂ, ਇਹ ਹੋ ਸਕਦਾ ਹੈ ਵੀ ਅੰਗਰੇਜ਼ੀ ਇਹਦੇ ਕੋਲੋਂ ਪੜ੍ਹ ਲਓ, ਮੈਥ ਉਹਦੇ ਕੋਲੋਂ ਪੜ੍ਹ ਲਓ, ਹਿਸਾਬ ਕਿਤਾਬ ਇਹ ਵੀ ਚੱਲ ਜਾਏਗਾ। ਪਰ ਜੇ ਤੁਸੀਂ ਕਹੋ ਜੀ ਮੈਂ ਤੁਹਾਡੇ ਕੋਲੋਂ ਵੀ ਇੰਗਲਿਸ਼ ਪੜ੍ਹਦਾ, ਮੈਂ ਕਿਸੇ ਹੋਰ ਕੋਲੋਂ ਵੀ ਪੜ੍ਹਦਾ, ਤਾਂ ਕਹੂਗਾ ਚੁੱਕ ਕਿਤਾਬਾਂ ਆਪਣੀਆਂ, ਜਾ ਉੱਥੋਂ ਪੜ੍ਹ ਜਾ ਕੇ। ਤੁਸੀਂ ਕਿਸੇ ਡਾਕਟਰ ਨੂੰ ਕਹਿ ਲਿਓ ਵੀ ਮੈਂ ਤੁਹਾਡੇ ਕੋਲ ਵੀ ਦਵਾਈ ਖਾਣਾ, ਕਿਸੇ ਹੋਰ ਕੋਲੋਂ ਵੀ ਖਾਣਾ, ਉਸ ਵੇਲੇ ਪਰਚੀ ਪਾੜ ਦੇਗਾ ਵੀ ਜਾ ਕੇ ਉਹਦੀ ਖਾ ਲੈ ਪਹਿਲਾਂ, ਜੇ ਬਚ ਗਿਆ ਤੇ ਆ ਜੀ ਮੇਰੇ ਕੋਲੇ। ਸਾਡੀ ਗਲਤੀ ਹੈ ਵੀ ਅਸੀਂ ਜ਼ਿੰਦਗੀ 'ਚ ਕਈ ਗੁਰੂ ਧਾਰਨ ਕੀਤੇ ਹੋਏ ਨੇ। ਇਹਨਾਂ ਨੇ ਆਖਿਆ ਨਹੀਂ, ਸਾਡਾ ਤੁਹਾਡੇ ਬਿਨਾ ਕੋਈ ਗੁਰੂ ਨਹੀਂ,
ਗੁਰੂ ਜੀ ਕਹਿਣ ਲੱਗੇ ਠੀਕ ਹੈ ਭਾਈ, ਜੇ ਤੁਹਾਡਾ ਮੇਰੇ ਬਗੈਰ ਕੋਈ ਗੁਰੂ ਨਹੀਂ ਹੈ, ਤੁਸੀਂ ਸਾਨੂੰ ਆਪਣਾ ਗੁਰੂ ਮੰਨਦੇ ਹੋ, ਤਾਂ ਫਿਰ ਕੀ ਕਰੋ, ਜਿਤਨੋ ਹੈ ਧਨ ਪਾਸ ਤੁਮਾਰੇ, ਲਖੇ ਦੀਨ ਗੁਰ ਬੈਣ ਉਚਾਰੇ। ਸਤਿਗੁਰੂ ਕਹਿਣ ਲੱਗੇ ਪਹਿਲਾਂ ਦੱਸੋ ਤੁਹਾਡੇ ਕੋਲ ਧਨ ਕਿੰਨਾ ਹੈ, ਦੌਲਤ ਕਿੰਨੀ ਇਕੱਠੀ ਕੀਤੀ ਹੈ। ਵੇਖੋ ਇਹ ਪੈਸਾ ਵੀ ਬਹੁਤ ਆੜੇ ਆਉਂਦਾ ਹੈ ਧਰਮ ਦੀ ਦੁਨੀਆ ਵਿੱਚ। ਕਈਆਂ ਨੂੰ ਤੇ ਪੈਸਾ ਮੱਥੇ ਨਹੀਂ ਟੇਕਣ ਦਿੰਦਾ। ਪੈਂਟ ਦੀ ਕਰੀਜ਼ ਖਰਾਬ ਹੋ ਜਾਏਗੀ, ਸਿਰ ਥੱਲੇ ਨੂੰ ਕਰਾਂਗੇ, ਵਾਲਾਂ ਦੀ ਸੈਟਿੰਗ ਖਰਾਬ ਹੋ ਜਾਏਗੀ। ਕਈ ਲੋਕ ਤੇ ਅੰਦਰ ਵੀ ਨਹੀਂ ਆਉਂਦੇ, ਉਹ ਕਹਿੰਦੇ ਨੇ ਵੀ ਸ਼ੂਜ਼ ਉਤਾਰਨੇ ਪੈਣਗੇ, ਪੈਰ ਮੈਲੇ ਹੋ ਜਾਣਗੇ। ਕੋਈ ਇੱਕ ਮਸਲਾ ਨਹੀਂ ਹੈ। ਇਹ ਜਿਹੜਾ ਪੈਸਾ ਹੈ ਨਾ, ਇਹਦੇ ਬਾਰੇ ਸਤਿਗੁਰੂ ਨੇ ਬਾਣੀ 'ਚ ਲਿਖਿਆ ਹੈ, ਮਾਥੇ ਤ੍ਰੈਕੁਟੀ, ਪੈਸੇ ਦੀ ਨਿਸ਼ਾਨੀ ਇਹ ਨਹੀਂ ਵੀ ਕਿਹਦਾ ਪੈਸਾ ਕਿਸ ਲੋਕਰ ਵਿੱਚ ਕਿੰਨਾ ਹੈ। ਪੈਸੇ ਦੀ ਨਿਸ਼ਾਨੀ ਇਹ ਹੈ ਕਿ ਬੰਦੇ ਦੇ ਮੱਥੇ ਤੇ ਚੂੜੀ ਆ ਜਾਂਦੀ ਹੈ। ਦ੍ਰਿਸ਼ਟ ਕਰੂੜ, ਨਜ਼ਰ ਹੀ ਬਦਲ ਜਾਂਦੀ ਹੈ। ਉਹ ਤਾਂ ਭੈਣ ਭਰਾ ਨੂੰ ਵੀ ਆਉਂਦਿਆਂ ਸਮਝਦਾ ਵੀ ਇਹ ਪੈਸੇ ਮੰਗਣ ਆ ਰਿਹਾ ਹੋਣਾ ਹੈ। ਹੁਣ ਉਹਨੂੰ ਭੂਆ ਨਜ਼ਰ ਨਹੀਂ ਆਉਂਦੀ, ਭੈਣ ਨਜ਼ਰ ਨਹੀਂ ਆਉਂਦੀ, ਉਹਨੂੰ ਭਰਾ ਨਜ਼ਰ ਨਹੀਂ ਆਉਂਦਾ। ਉਹਨੂੰ ਐਂ ਲੱਗਦਾ ਵੀ ਇਹਨੇ ਇਹਨਾਂ ਪੈਸੇ ਮੰਗਣੇ ਨੇ ਮੇਰੇ ਕੋਲੋਂ। ਦ੍ਰਿਸ਼ਟ ਕਰੂੜ, ਗਰੀਬ ਨੂੰ ਤਾਂ ਵੇਂਦਾ ਹੀ ਇੱਦਾਂ, ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਇੱਦਾਂ ਹੀ ਵੇਖਦਾ ਹੈ। ਫਿਰ ਕੀ ਹੈ, ਬੋਲੇ ਕੌੜਾ, ਭੈੜਾ ਬੋਲਦਾ, ਜੇ ਬਾਕੀ ਫੂਡ। ਐਸੀ ਇਸਤਰੀ ਇੱਕ ਰਾਮ ਉਪਾਈ, ਕਹਿੰਦੇ ਇਹਨੂੰ ਮਾਇਆ ਕਹਿੰਦੇ ਨੇ। ਇੱਦਾਂ ਦੀ ਇੱਕ ਜਨਾਨੀ ਰੱਬ ਨੇ ਪੈਦਾ ਕੀਤੀ ਹੈ ਇਸਤਰੀ। ਉਹ ਕੌਣ ਹੈ? ਐਸੀ ਇਸਤਰੀ ਇੱਕ ਰਾਮ ਉਪਾਈ, ਉਹਨ ਸਭ ਜਗ ਖਾਇਆ, ਉਹਨੇ ਕਿਸੇ ਨੂੰ ਨਹੀਂ ਛੱਡਿਆ। ਵੱਡੇ ਵੱਡੇ ਜਿਨ੍ਹਾਂ ਨੂੰ ਤੁਸੀਂ ਸੰਤ ਮਹਾਂਪੁਰਖ ਕਹਿੰਦੇ, ਉਹ ਵੀ ਇਹਦੇ 'ਚ ਫਸੇ ਪਏ ਨੇ। ਉਹ ਵੀ ਇਸ ਮਾਇਆ ਦੇ ਵਿੱਚ ਉਹ ਵੀ ਗਰਸੇ ਹੋਏ ਨੇ। ਕੋਈ ਗਰੀਬ ਆਦਮੀ ਕਵੇ ਖੋ ਉਹਨਾਂ ਨੂੰ ਮਹਾਰਾਜ ਸਾਡੇ ਘਰ ਆਓ, ਕਦੇ ਨਹੀਂ ਆਉਣਗੇ। ਅਮੀਰ ਆਦਮੀ ਨੂੰ ਤਾਂ ਦਰਸ਼ਨ ਵੀ ਨਹੀਂ ਦਿੰਦੇ। ਉਹ ਜਿਹੜਾ ਜੇਲ੍ਹ 'ਚ ਨਾ ਆਸਾ ਰਾਮ, ਉਹਦੀ ਇੱਕ ਪਤਾ ਨਹੀਂ ਚੁਟਕਲਾ ਹੈ ਕਿ ਸੱਚ ਹੈ, ਵਾਹਿਗੁਰੂ ਜਾਣੇ। ਉਹਦੀ ਇੱਕ ਕਹਾਣੀ ਬੜੀ ਸੁਣਾਉਂਦੇ ਨੇ ਲੋਕ। ਇਹਦਾ ਇੱਕ ਡੇਰਾ ਹੈ ਉੱਥੇ ਸਾਹਨੇਵਾਲ ਕੋਲੇ, ਲੁਧਿਆਣੇ ਕੋਲੇ। ਕਹਿੰਦੇ ਉੱਥੇ ਇਹ ਕਿਤੇ ਆਏ ਹੋਣੇ ਪ੍ਰਵਚਨ ਕਰਨ। ਉੱਥੇ ਕੋਈ ਆਦਮੀ ਨੇ ਪਤਾ ਕੀਤਾ ਵੀ ਹੈਗੇ ਨੇ। ਗੱਡੀ ਉਹਦੀ ਵਾਹਵਾ ਲੰਬੀ ਚੌੜੀ ਸੀ। ਚੇਲਿਆਂ ਨੇ ਵੀ ਹਿਸਾਬ ਲਾਇਆ ਵੀ ਮੋਟੀ ਪਾਲਟੀ ਹੈ। ਉਹ ਕਹਿੰਦੇ ਜੀ ਬਿਲਕੁਲ ਹੈਗੇ ਨੇ। ਉਹ ਲੈ ਕੇ ਜਾ ਕੇ ਉਹਨਾਂ ਨੇ ਸਾਹਮਣੇ ਬਿਠਾਤਾ। ਉਹ ਬੰਦਾ ਬੈਠਾ ਰਿਹਾ ਕੋਈ 150 ਮੱਥਾ ਟੇਕਿਆ ਹੋਣਾ ਉਹਨੇ। ਫਿਰ ਉਹ ਕਹਿੰਦਾ ਜੀ ਆ ਗਿਆ। ਉਹ ਕਹਿੰਦੇ ਜੀ ਆ ਗਿਆ। ਕਹਿੰਦੇ ਗੱਡੀ 'ਚ ਗਿਆ, ਅਖਬਾਰ ਵਿੱਚ ਲਪੇਟਿਆ ਇੱਕ ਪੈਕਟ ਲੈ ਕੇ ਆਇਆ ਤੇ ਲਿਆ ਕੇ ਉਹਨੇ ਆਸਾ ਰਾਮ ਦੇ ਕੋਲ ਰੱਖ ਦਿੱਤਾ। ਕਹਿਣ ਲੱਗਾ ਜੀ ਮੈਂ ਸੁਣਿਆ ਸੀ, ਪਰ ਅੱਜ ਦਰਸ਼ਨ ਕਰਕੇ ਤੁਹਾਡੇ ਬਹੁਤ ਠੰਡ ਪਈ ਮੈਨੂੰ, ਇਸੇ ਕਰਕੇ ਮੈਂ ਭੇਟਾ ਪਹਿਲਾਂ ਨਹੀਂ ਸੀ ਲੈ ਕੇ ਆਇਆ। ਮੈਂ ਕਿਹਾ ਮੈਂ ਪਹਿਲਾਂ ਆਪਣੀ ਤਸੱਲੀ ਤੇ ਕਰਾਂ। ਹੁਣ ਉਹ ਬੰਦਾ ਚਲਾ ਗਿਆ। ਜਦੋਂ ਭੇਟਾ ਖੋਲ ਕੇ ਵੇਖੀ ਤੇ ਲੱਖ ਰੁਪਈਆ ਸੀ, 2 ਗੱਟੀਆਂ ਸੀ ਉਹ 'ਚ 500 ਵਾਲੀਆਂ। ਉਹ ਦੂਜੇ ਤੀਜੇ ਦਿਨ ਫਿਰ ਆ ਗਿਆ। ਦੂਜੇ ਤੀਜੇ ਦਿਨ ਉਹਨੇ ਫਿਰ ਉਹੀ ਡਰਾਮਾ ਕੀਤਾ। ਪਹਿਲਾਂ ਆ ਕੇ ਉੱਦਾਂ ਬਹਿ ਗਿਆ, ਜਾਣ ਲੱਗਾ ਉਹ ਲਿਫਾਫਾ ਛੱਡ ਗਿਆ, ਉਹਦੇ 'ਚ ਪੈਸੇ ਡਬਲ ਟ੍ਰਿਪਲ ਹੋਣਗੇ।
थोड़े दिनों बाद वो फिर आ गया, वो भी ड्रामा उन्हें फिर किया। पहला आके बह गया, फिर उठ के चला गया, फिर लिफाफा लिया के दे गया, वो 5 लाख सीगा। हुण आसा राम ने पुछ ही लिया भी आप ऐसे क्यों करते हो? कहता जी मैं अपनी तसल्ली करदा, जदों मन नूं ठंड पैंदी है तो फिर मैं तुहानूं मत्था टेकदा, तो मेरे ते जिदन दे मैं तुहानूं दर्शन कर रहा, मेरे ते वारे न्यारे हो गए ने, मेरा तो उदन का कारोबार ही बहुत वध गया। आसा राम ने सोचा भी बंदा तो पैसे वाला है, काम की करता है? कहते जी काम बस 5-10% ते इंटरस्ट से पैसे देईदे ने। आसा राम कहता मेरे भी दवा दे। वो कहता जी तुहाडे भी दवा दिंदे आ। अज आउंदा है मुड़ के। इस माया तो कोई नहीं बचिया। ऐसी स्त्री एक राम उपाई, उन सब जग खाया, हम गुर राखे मेरे भाई। वो दे बैठा आसा राम, पता नहीं किन्ने करोड़ दे बैठा होएगा। वो नहीं मुड़ के आया जिन्होंने ठंड पैंदी सी, क्योंकि उन्होंने एक बारी ठंड इन्नी पै गई भी मुड़ के आने की लोड़ ही नहीं रही उन्होंने। सतगुरु ने उन्होंने पूछया जिहड़े हरिद्वार आए सन, जी इनू दोबारा सुन लो, सुनोगे तो फिर तुहानूं आपे अर्थ आ जाणगे हुण, क्योंकि उसकी लंबी चौड़ी कथा मैं आप जी नूं सुणाई है कि लखे दीन गुर बैन उचारे, जितनो है धन पास तुम्हारे। ये दसो भी तुहाडे कोल पैसे किन्ने ने, धन किन्ना क इकट्ठा कीता है? हाँ जी। परमेश्वर हित सरब लुटावो, पुन सिख होए परम सुख पावो। सतगुरु कहन लगे फिर रब दे नां ते ये धन हुण लुटा दिओ, घरों कढ दिओ, किसी गरीब नूं दे दिओ, बिमार नूं दे दिओ, लोड़वंद नूं दे दिओ, किसी दी धी दे विआह ते गरीब दे दिओ, किसी दी दवाई बूटी नूं दे दिओ हुण बस ये धन लुटा दिओ, ते फिर आओ ते मेरे सिख बन जाओ। अज भी तुसीं नोट करियो, अमीरां दे घरां 'च सिੱਖੀ नहीं है, मैनू माफ़ कर देना, क्योंकि पैसे मैनू भी बहुत अमीरां तो ही आउंदे ने, पर अमीरां दे घरां 'च सिੱਖੀ नहीं है। सिੱਖੀ गरीब दे घर विच भी नहीं है। सिੱਖੀ सिर्फ मिडल क्लास लोगों को है। इस तरह धर्म, भावें मुसलमान होण, भावें जैनी बोधी होण, तुसीं जैन धर्म च भी चले जाओ, वेख लो जिहड़े बहुत अमीर ने उन्हां दे घर च धर्म नहीं होएगा। जिहड़ी मुकम्मल जैन धर्म की रौह रीत है तुहानूं मडियोकर बंदे च मिलेगी। मिडल क्लास तुहानूं भैन मिलेगी, उन्हें कृपान पाई होएगी। कोई हाई फाई भैन तुहानूं कृपान पाई नहीं मिलेगी। कदे ध्यान करियो जी भी अमीर कोई बीबी आवे तो उन्हें कृपान पाई होवे तो मैनू जरूर विखायो जी। अमीरां दे घरां च धर्म बहुत घट हुंदा है, उन्हां दे ते चोचले हुंदे ने, उन्हां दे चोचले हुंदे ने, उन्हां दे घरां च ते हुण कुछ भी नहीं हैगा। अरेंज मैरिज बहुत घट हुंदियां ने, बहुत घट, बड़ियां रेयर। पहली गल तो अमीरी ते आके उन्हां दा धर्म ही कोई नहीं रहिंदा। उन्होंने इस गल का वास्ता नहीं है कि सामने वाला कौन है, वो तो वेंदे भी इन्ने क पैसे साडे कोल ने, इन्ने कोदे कोल ने। मैं तो हर व्यक्ति को कहना कि अज तो जे 50 साल पिछे चल जाओगे ना, विआह किद्दां हुंदा सी पता तुहानूं? बंदे वेंदे सी बंदे किद्दां दे ने, हुण कोई नहीं वेंदा। हुण दो चीज़ां वेंदे ने, एक तो कुड़ी मुंडे का मूँह किहो जिहा है, एक भी कुड़ी मुंडे के प्यो का घर किहो जिहा है। माल मत्ता ठीक है तो भावें गंदे काम भी करता होवे तां भी ठीक है। जे आप कहिए जी बंदा बड़ा चंगा, नहीं बंदा तो चंगा जी, पर मतलब घर भी तो बराबर का होना चाहिए ना जी।
ਇਹ ਗੱਲ ਠੀਕ ਮੈਂ ਕਹਿ ਰਿਹਾ, ਗੁਰੂ ਦੀ ਹਜ਼ੂਰੀ 'ਚ ਤੁਹਾਨੂੰ ਝੂਠ ਨਹੀਂ ਕਹਿ ਰਿਹਾ। ਅੱਜ ਚੰਗੇ ਬੰਦੇ ਦੀ ਕੋਈ ਸਮਾਜ ਵਿੱਚ ਕੀਮਤ ਨਹੀਂ ਹੈ। ਘਰ ਬਰਾਬਰ ਦਾ ਹੋਣਾ ਚਾਹੀਦਾ ਹੈ। ਘਰ ਮਤਲਬ ਜਿੰਨੀ ਕੁ ਸਾਡੀ ਕੋਠੀ ਏਡੀ ਕੁ ਉਹਨਾਂ ਦੀ ਹੋਣੀ ਚਾਹੀਦੀ, ਉਹਨਾਂ ਭਾਵੇਂ ਕਿਸੇ ਦੀ ਮਾਲੀ ਮਾਰੀ ਹੋਵੇ ਤਾਂ ਵੀ ਚੱਲੇਗੀ, ਬੈਂਕ ਤੋਂ ਲੋਨ ਲੈ ਕੇ ਬਣਾਈ ਹੋਵੇ ਤਾਂ ਵੀ ਚੱਲੇਗੀ, ਬੇਈਮਾਨੀ ਦੀ ਹੋਵੇ ਤਾਂ ਵੀ ਚੱਲੇਗੀ। ਸਤਿਗੁਰੂ ਕਹਿਣ ਲੱਗੇ ਨਹੀਂ, ਪਹਿਲਾਂ ਧਨ ਛੱਡੋ, ਪਹਿਲਾਂ ਇਹ ਧਨ ਲੁਟਾਓ, ਫਿਰ ਆ ਕੇ ਸਾਡੇ ਸਿੱਖ ਬਣੋ। ਹਾਂਜੀ। ਤਹਿ ਛਿਨ ਜਿਨ ਜਿਨ ਮਾਨੀ ਆਇਸ, ਸਰਬ ਦਰਬ ਕੋ ਦੀਨ ਲੁਟਾਇਸ। ਕੁਝ ਉਹ ਸੀ ਜਿਹੜੇ ਇਹ ਗੱਲ ਸੁਣ ਕੇ ਦੌੜ ਗਏ, ਉਹ ਦੌੜ ਗਏ, ਛੱਡ ਕੇ ਚਲੇ ਗਏ। ਪਰ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨੀ, ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਹੁਕਮ ਕਰੋ, ਅਸੀਂ ਧਨ ਭੇਟਾ ਨਹੀਂ, ਅਸੀਂ ਤੇ ਆਪਣਾ ਸਿਰ ਵੀ ਭੇਟਾ ਕਰਨ ਲਈ ਤਿਆਰ ਹਾਂ। ਮਰਿਆਦਾ ਵੀ ਇਹੋ ਹੀ ਹੈ। ਪਹਿਲਾਂ ਕੀ ਭੇਟਾ ਕਰਨਾ ਹੈ? ਤਨ। ਫਿਰ ਕੀ ਕਰਨਾ ਹੈ? ਮਨ। ਫਿਰ ਕੀ ਕਰਨਾ ਹੈ? ਧਨ। ਤਨ ਮਨ ਧਨ ਸਭ ਸੌਂਪ ਗੁਰ ਕੋ। ਦੇਖੋ ਗੁਰੂ ਅਮਰਦਾਸ ਜੀ ਦੀ ਕਮਾਲ, ਉਹਨਾਂ ਨੇ ਲਿਖਿਆ ਤਰਤੀਬ ਵਿੱਚ ਹੈ। ਕੱਲਾ ਮਨ ਭੇਟਾ ਨਹੀਂ ਹੋਣਾ, ਕਿਉਂਕਿ ਮਨ ਦਾ ਸੰਬੰਧ ਤਨ ਨਾਲ ਹੈ। ਜਿੱਦਾਂ ਤਨ ਨਹੀਂ ਹੋਏਗਾ ਉਦੋਂ ਮਨ ਆਪੇ ਹੀ ਖਤਮ ਹੋ ਜਾਏਗਾ। ਧਨ ਸਭ ਤੋਂ ਲਾਸਟ ਵਿੱਚ ਹੈ। ਇੱਥੇ ਅਸੀਂ 10 ਰੁਪਏ ਕੱਢ ਕੇ ਤੁਰੇ, ਉਹਨੇ ਵੀ ਆ ਬਾਬਾ ਪੈਸੇ ਲੈ ਲਾ, ਬਾਕੀ ਤੇ ਮੇਰਾ ਹੀ ਹੈ ਸਾਰਾ ਕੁਝ। ਗੁਰੂ ਜੀ ਨੇ ਹੁਕਮ ਕੀਤਾ, ਕੁਛ ਉਹ ਸੀ ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਮੰਨ ਲਿਆ। ਤੈ ਛਿਨ ਜਿਨ ਜਿਨ ਮਾਨੀ ਆਇਸ, ਸਰਬ ਦਰਬ ਕੋ ਦੀਨ ਲੁਟਾਇਸ। ਗੁਰੂ ਦੀ ਆਗਿਆ ਮੰਨ ਕੇ ਪਹਿਲਾਂ ਤੇ ਉਹਨਾਂ ਨੇ ਪੈਸੇ ਗਰੀਬਾਂ ਵਿੱਚ ਵੰਡੇ, ਧਰਮ ਅਰਥ ਖਰਚ ਕੀਤੇ। ਹਾਂਜੀ। ਤਿਨ ਪਰ ਮਿਹਰ ਦ੍ਰਿਸ਼ਟ ਜਗ ਤੇਸਾ, ਸਤ ਨਾਮ ਕੋ ਦੇ ਉਪਦੇਸਾ। ਉਹਨਾਂ ਤੇ ਫਿਰ ਗੁਰੂ ਦੀ ਮਿਹਰ ਹੋਈ ਤੇ ਉਹਨਾਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ। ਕੋਈ ਰੱਬ ਦਾ ਪਿਆਰਾ ਹੀ ਹੋਏਗਾ, ਤੁਸੀਂ ਉਹਦੇ ਘਰ ਦੇ ਬਾਹਰ ਜਾ ਕੇ ਵੇਖੋਗੇ, ਪਤਾ ਕੀ ਲਿਖਿਆ ਹੁੰਦਾ ਹੈ? ਉੱਥੇ ਲਿਖਿਆ ਹੁੰਦਾ ਹੈ ਨਾਨਕ ਨਿਵਾਸ। ਨਹੀਂ ਤੇ ਉੱਥੇ ਅਸੀਂ ਜਾਤਾਂ ਪਾਤਾਂ ਗੋਤਰ ਲਿਖੇ ਹੁੰਦੇ ਨੇ ਆਪਣੇ। ਇਹ ਤਾਂ ਜਿਹਦੇ ਤੇ ਬਹੁਤ ਕਿਰਪਾ ਹੋਏਗੀ ਉਹ ਮੰਨੇਗਾ ਕਿ ਭਾਈ ਇਹ ਘਰ ਮੇਰਾ ਨਹੀਂ ਹੈ, ਇਹ ਤੇ ਘਰ ਗੁਰੂ ਨਾਨਕ ਦਾ, ਮੈਂ ਤੇ ਇੱਥੇ ਰਹਿਣ ਵਾਸਤੇ ਆਉਣਾ ਤੇ ਗੁਰੂ ਨੇ ਮੈਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ। ਉਹ ਤੇ ਇਹੀ ਕਹੇਗਾ ਵੀ ਗੱਡੀ ਵੀ ਉਹਦੀ ਹੈ, ਆ ਕੱਪੜੇ ਜਿਹੜੇ ਪਾਉਣਾ ਇਹ ਵੀ ਉਹਦੇ ਨੇ। ਇਸੇ ਕਰਕੇ ਜਦੋਂ ਉਹਨਾਂ ਦੇ ਅੱਗੇ ਥਾਲੀ ਰੋਟੀ ਦੀ ਆਉਂਦੀ, ਹੱਥ ਆਪੇ ਹੀ ਜੁੜ ਜਾਂਦੇ ਨੇ। ਉਹ ਇਹ ਨਹੀਂ ਕਹਿੰਦਾ ਵੀ ਮੇਰੀ ਕਮਾਈ ਹੈ, ਉਹ ਕਹਿੰਦਾ ਨਹੀਂ ਇਹ ਤੇਰੀ ਬਖਸ਼ਿਸ਼ ਹੈ। ਔਰ ਇਹ ਚੇਤਾ ਵੀ ਰੱਖਣਾ, ਕਮਾਈ ਨਾਲ ਵੀ ਰੋਟੀ ਨਹੀਂ ਜੇ ਖਾਧੀ ਜਾ ਸਕਦੀ। ਜੇ ਬਿਮਾਰੀਆਂ ਲੱਗ ਜਾਣ ਨਾ ਤੇ ਕਮਾਈ ਨਾਲ ਵੀ ਰੋਟੀ ਨਹੀਂ ਖਾਧੀ ਜਾਂਦੀ। ਸਾਹਮਣੇ ਥਾਲੀ ਪਈ ਉੱਦਾਂ ਹੀ ਪਈ ਰਹਿ ਜਾਂਦੀ ਹੈ, ਪੁੱਛੋ ਖਾਓ, ਕਹਿੰਦਾ ਨਹੀਂ ਬਿਮਾਰੀਆਂ ਹੀ ਇੰਨੀਆਂ ਨੇ, ਬੁਰਕੀ ਤੋੜਨੀ ਵੀ ਨਸੀਬ ਨਹੀਂ ਹੁੰਦੀ। ਅਗਰ ਆਦਮੀ ਖਾ ਰਿਹਾ ਹੈ ਤਾਂ ਸਤਿਗੁਰੂ ਨੇ ਬਾਣੀ 'ਚ ਲਿਖਿਆ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਏ। ਉਹ ਕਿਹਦੀ ਕਿਰਪਾ ਹੈ? ਕੱਲ ਜਾਂ ਪਰਸੋਂ ਦੀ ਸ਼ਾਮ ਦੀ ਗੱਲ, ਇੱਥੇ ਮੇਰੇ ਕਮਰੇ 'ਚ ਮੈਂ ਉਹਨਾਂ ਨਾਲ ਫਿੱਕੀ ਚਾਹ ਪੀਤੀ ਸਗੋਂ, ਤਾਂ ਦੋਨੋਂ ਬਜ਼ੁਰਗ 80 ਸਾਲ ਦੇ ਹੋਣਗੇ, ਤੇ ਉਹਨਾਂ ਨੇ ਮੇਰੇ ਨਾਲ ਚਾਹ ਦੇ ਵਿੱਚ ਖੰਡ ਪਾ ਕੇ ਪੀਤੀ। ਉਹ ਕਹਿੰਦੇ ਚਾਹ 'ਚ ਖੰਡ ਪਾਓ, ਤੁਹਾਡੇ ਦੇ ਕਮਰੇ ਚਾਹ ਵੀ ਫਿੱਕੀ ਬਣਦੀ ਹੈ। ਹੁਣ ਇਹ ਕਿਹਦੀ ਕਿਰਪਾ ਹੈ? ਉਹ 80-90 ਸਾਲ ਦੇ ਖੰਡ ਵਾਲੀ ਚਾਹ ਪੀਣ ਰਹੇ ਨੇ। ਮੇਰੇ ਵਰਗੇ ਦੀ ਹੁਣੇ ਹੀ ਤੋਬਾ ਹੈ ਵੀ ਨਹੀਂ ਖਾਣੀ ਚਾਹੀਦੀ। ਸ਼ੂਗਰ ਹੋ ਜਾਏ ਤੇ ਫਿਰ ਬੜੀ ਤਕਲੀਫ ਹੁੰਦੀ ਹੈ। ਤਾਂ ਕਿਹਦੀ ਕਿਰਪਾ ਹੈ ਜਿਹਦੇ ਨਾਲ ਤੁਸੀਂ ਘਰਾਂ ਵਿੱਚ ਸੁਖੀ ਰਹਿੰਦੇ ਹੋ? ਕੁਝ ਉਹ ਲੋਕ ਜਿਨ੍ਹਾਂ ਨੇ ਮੰਨ ਲਿਆ, ਉਹਨਾਂ ਨੇ ਧਨ ਲੁਟਾ ਦਿੱਤਾ, ਗਰੀਬਾਂ ਵਿੱਚ ਵੰਡ ਦਿੱਤਾ, ਤੇ ਗੁਰੂ ਨੇ ਕਿਰਪਾ ਕਰ ਦਿੱਤੀ। ਕੀ ਦਿੱਤਾ?
ਸਤਨਾਮ ਦੇ ਦਿੱਤਾ। ਦੇਖੋ ਅਮੀਰ ਆਦਮੀ ਦੀ ਗਲਤੀ ਕੀ ਹੈ। ਅਮੀਰ ਆਦਮੀ ਦੇ ਘਰ ਤੁਸੀਂ ਚਲੇ ਜਾਓ ਤਾਂ ਆਪਣੀਆਂ ਚੀਜ਼ਾਂ ਗਣਾਉਣ ਲੱਗ ਜਾਏਗਾ। ਉਹ ਤੁਹਾਡੇ ਘਰ ਆ ਜਾਏਗਾ ਤਾਂ ਲਿਸਟ ਨਾਲ ਹੀ ਚੁੱਕੀ ਲਿਆਏਗਾ। ਹੁਣ ਅਸੀਂ ਨਾ ਇੱਧਰ ਫੈਕਟਰੀ ਲੱਗੇ ਲਾਉਣ, ਅਸੀਂ ਤੁਹਾਨੂੰ ਪਤਾ ਹੀ ਉੱਥੇ ਤਾਂ ਆਪਣਾ 400-500 ਬੰਦਾ ਕੰਮ ਕਰਦਾ ਹੀ ਹੈ। ਨਾਲੇ ਮਾਲ ਆਪਣਾ ਸਾਰਾ ਕਹਿੰਦਾ ਬਾਹਰ ਜਾਂਦਾ ਹੈ ਵੀ ਤੂੰ 2 ਮਿੰਟ ਆਇਆ ਚਾਹ ਪੀ, ਘਰਦਿਆਂ ਦੀ ਸੁੱਖ ਪੁੱਛ। ਉਹ ਸ਼ਿਸ਼ਰਾ ਨਾਲ ਹੀ ਚੁੱਕੀ ਫਿਰਦਾ। ਤੁਸੀਂ ਜਾਓਗੇ ਉੱਥੇ ਵੀ ਉਹਨੇ ਇਹ ਨਹੀਂ ਪੁੱਛਣਾ ਵੀ ਹੋਰ ਸੁਣਾਓ ਜੀ ਬੱਚਿਆਂ ਦਾ ਕੀ ਹਾਲ ਹੈ। ਬਸ ਆ ਤੁਹਾਡੇ ਆਉਂਦੇ ਆਪ ਲੱਗੇ ਸੀ, ਨਵਾਂ ਪਲਾਟ ਵੇਖ ਰਹੇ ਸੀਗੇ, ਤੁਹਾਨੂੰ ਪਤਾ ਹੀ ਹੈ ਨਵੀਂ ਫੈਕਟਰੀ ਲਾਉਣੀ ਆਪਾਂ। ਉਹਦੇ ਕੋਲ ਕੀ ਆਸ ਕਰਦੇ ਵੀ ਕਿਸੇ ਵੇਲੇ ਉੱਠ ਕੇ ਸਤਨਾਮ ਕਵੇਗਾ ਉਹ। ਇਹ ਤਾਂ ਕੋਈ ਮਿਡਲ ਕਲਾਸ ਬੰਦਾ ਹੀ ਹੋਏਗਾ ਜਿਹਦੇ ਕੋਲੇ ਬਹੁਤਾ ਗਿਣਨ ਵਾਸਤੇ ਹੁੰਦਾ ਹੀ ਕੁਝ ਨਹੀਂ। ਉਹਦੇ ਕੋਲੇ ਬਹੁਤਾ ਕੁਝ ਹੁੰਦਾ ਹੀ ਨਹੀਂ, ਨਾ ਗਿਣਾਉਣ ਵਾਸਤੇ ਨਾ ਗਿਣਨ ਵਾਸਤੇ। ਉਹ ਫਿਰ ਜਦੋਂ ਵਿਹਲਾ ਹੋ ਜਾਂਦਾ ਫਿਰ ਆਪੇ ਹੀ ਉਹਦੇ ਮੂੰਹ ਤੋਂ ਵਾਹਿਗੁਰੂ ਨਿਕਲਦਾ, ਆਪੇ ਹੀ ਉਹਦੇ ਮੂੰਹ ਤੋਂ ਸਤਨਾਮ ਨਿਕਲਦਾ। ਹਾਂਜੀ। ਪ੍ਰੇਮ ਨਾਮ ਕੋ ਰੰਗ ਚੜਾਵਾ, ਮਨ ਕੋ ਸ਼ਾਂਤ ਦਈ ਸੁਖ ਪਾਵਾ। ਗੁਰੂ ਨੇ ਉਹਨਾਂ ਦੇ ਉੱਤੇ ਪ੍ਰੇਮ ਦਾ ਰੰਗ ਚੜਾਇਆ, ਗੁਰੂ ਨੇ ਉਹਨਾਂ ਨੂੰ ਸ਼ਾਂਤੀ ਦਿੱਤੀ, ਗੁਰੂ ਤੋਂ ਉਹਨਾਂ ਨੂੰ ਸੁਖ ਪ੍ਰਾਪਤ ਹੋਇਆ, ਜਿਹੜਾ ਤੀਰਥਾਂ ਦੇ ਇਸ਼ਨਾਨ ਕਰਕੇ ਨਹੀਂ ਮਿਲਿਆ, ਵਰਤ ਰੱਖ ਕੇ ਨਹੀਂ ਮਿਲਿਆ, ਯਾਤਰਾਵਾਂ ਕਰਕੇ ਨਹੀਂ ਮਿਲਿਆ। ਹੁਣ ਤੁਸੀਂ ਕਹੋਗੇ ਜੀ ਕਿਉਂ ਨਹੀਂ ਮਿਲਦਾ? ਯਾਤਰਾ ਕਰਨ ਨਾਲ ਕੀ ਹੁੰਦਾ ਹੈ? ਕਹਿੰਦਾ ਜੀ 5 ਹੋ ਗਈਆਂ, 11 ਕਰਨੀਆਂ ਨੇ। 11 ਹੋ ਗਈਆਂ, ਹੁਣ ਅਨਾਉਂਸਮੈਂਟ ਲਈ ਗੱਲ ਲੱਭ ਗਈ। ਸਾਧ ਸੰਗਤ ਜੀ ਮੈਂ 11 ਯਾਤਰਾ ਕੀਤੀਆਂ ਹਰਿਦੁਆਰ ਦੀਆਂ। ਚੰਗਾ ਹੁੰਦਾ ਉਹਦੇ ਨਾਲ ਇੱਕ ਵੀ ਨਾ ਕੀਤੀ ਹੁੰਦੀ, ਇੱਕ ਵੀ ਨਾ ਕੀਤੀ ਹੁੰਦੀ ਤੇ ਬਹਿ ਕੇ ਰਾਮ ਰਾਮ ਹੀ ਕਰਦਾ ਨਾ, ਕਿਉਂਕਿ ਦੱਸਣ ਪੁੱਛਣ ਲਈ ਉਹਦੇ ਕੋਲ ਹੋਣਾ ਹੀ ਕੁਛ ਨਹੀਂ ਸੀਗਾ। ਧਰਮ ਕਰਮ ਕਰਕੇ ਵੀ ਅਸੀਂ ਕੀ ਕਰਦੇ ਹਾਂ? ਅਸੀਂ ਹੰਕਾਰੀ ਹੋ ਜਾਂਦੇ ਹਾਂ। ਤੀਰਥ, ਇਹ ਗੁਰੂ ਤੇਗ ਬਹਾਦਰ ਦਾ ਫੈਸਲਾ ਹੈ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਉਲਟਾ ਹੰਕਾਰ ਹੋ ਗਿਆ। ਮੈਂ ਤੇ ਹਰ ਸਾਲ ਜਾਣਾ ਜੀ, ਮੈਂ ਤਾਂ ਉੱਥੇ ਹਰ ਸਾਲ ਜਾ ਕੇ ਦਾਨ ਕਰਦਾ ਜੀ, ਇਸ਼ਨਾਨ ਕਰਦਾ ਜੀ, ਲੰਗਰ ਲਾਉਣਾ ਜੀ। ਹਾਂਜੀ। ਅੰਤ ਕਾਲ ਮੈਂ ਸ਼ੁਭ ਗਤ ਪਾਈ, ਜੀਵਤ ਨਾਮ ਬਿਖੈ ਲਿਵ ਲਾਈ। ਇਹਨਾਂ ਵਿੱਚੋਂ ਬਹੁਤੇ ਉਹ ਸੀ ਜਿਨ੍ਹਾਂ ਨੇ ਅੰਤ ਕਾਲ ਆਇਆ ਤੇ ਪਰਮ ਗਤੀ ਨੂੰ ਪ੍ਰਾਪਤ ਹੋਏ। ਇਹਨਾਂ ਵਿੱਚ ਬਹੁਤੇ ਉਹ ਸੀ ਜਿਨ੍ਹਾਂ ਨੇ ਜਿਉਂਦੇ ਜੀ ਪਰਮਾਤਮਾ ਨਾਲ ਆਪਣੀ ਲਿਵ ਜੋੜ ਕੇ ਰੱਖੀ, ਜਿਨ੍ਹਾਂ ਦੀ ਸੁਰਤ ਰੱਬ ਦੇ ਨਾਮ ਦੇ ਵਿੱਚ ਭਿੱਜੀ ਰਹੀ। ਹਾਂਜੀ। ਇਸ ਪ੍ਰਕਾਰ ਸੋ ਸਿੱਖ ਕਰੇ, ਰਹਿਣ ਭਈ ਪੁਨ ਆਏ। ਇੰਜ ਮੇਰੇ ਸਤਿਗੁਰੂ ਜੀ ਨੇ ਬੜੇ ਸਿੱਖ ਬਣਾਏ। ਅੱਜ ਜਦੋਂ ਰਾਤ ਹੋਈ ਹੈ, ਅੱਜ ਜਦੋਂ ਰਾਤ ਦਾ ਵਕਤ ਆਇਆ ਹੈ, ਹਾਂਜੀ, ਸ਼੍ਰੀ ਗੰਗਾ ਤਨ ਤਾਰ ਕੈ, ਚੱਲ ਪਹੁੰਚੀ ਤੈਂ ਥਾਏ। ਇੱਥੇ ਕਵੀ ਜੀ ਨੇ ਇੱਕ ਐਸੀ ਕਥਾ ਲਿਖੀ ਹੈ ਵੀ ਰਾਤ ਜਿਹੜੀ ਗੰਗਾ ਸੀ ਨਾ, ਉਹਨੇ ਆ ਕੇ ਸਤਿਗੁਰੂ ਜੀ ਦੇ ਚਰਨ ਪਰਸੇ ਨੇ। ਕੰਚਨ ਥਾਰ ਲਿਏ ਨਿਜ ਹਾਥਾ, ਭਰਿਓ ਨੇਕ ਮੁਕਤਾ ਕੇ ਸਾਥਾ। ਇਹਦੇ ਹੱਥ ਵਿੱਚ ਸੋਨੇ ਦੀ ਥਾਲੀ ਹੈ, ਥਾਲੀ ਦੇ ਵਿੱਚ ਹੀਰੇ ਤੇ ਮੋਤੀ ਭਰੇ ਹੋਏ ਨੇ। ਹਾਂਜੀ। ਧਰੀ ਭੇਟ ਸ਼੍ਰੀ ਗੁਰੂ ਅਗਾਰੀ, ਘਰ ਪਦ ਬੰਧਨ ਗਿਰਾ ਉਚਾਰੀ। ਇਹ ਥਾਲੀ ਹੀਰਿਆਂ ਮੋਤੀਆਂ ਦੀ ਭਰੀ ਸੋਨੇ ਦੀ ਥਾਲੀ ਗੁਰੂ ਦੇ ਚਰਨਾਂ ਵਿੱਚ ਰੱਖੀ ਹੈ। 2 ਹੱਥ ਜੋੜੇ ਨੇ, ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਹਾਂਜੀ। ਦੁਸਤਰ ਅਤ ਕਲਮਲ ਕਲ ਕਾਲਾ, ਮੋਤੇ ਸਹੇ ਨਾ ਜਾਏ ਕਿਰਪਾਲਾ। ਫਿਰ ਇਸ ਨੇ ਬੇਨਤੀ ਕੀਤੀ, ਕਹਿਣ ਲੱਗੀ ਮਹਾਰਾਜ ਕਲਯੁਗ ਦੇ ਵਿੱਚ ਬੜੇ ਪਾਪ ਵੱਧ ਗਏ ਨੇ, ਬਹੁਤ ਦੁਸ਼ਤਰ ਵਕਤ ਆ ਗਿਆ, ਔਖਾ ਟਾਈਮ ਆ ਗਿਆ, ਮੈਂ ਹੁਣ ਲੋਕਾਂ ਦੇ ਪਾਪ ਸਹਾਰ ਨਹੀਂ ਸਕਦੀ। ਲੋਕ ਇੰਨੇ ਪਾਪ ਕਰਦੇ ਨੇ ਤੇ ਫਿਰ ਮੇਰੇ ਵਿੱਚ ਆ ਕੇ ਨਹਾਉਣਾ ਸ਼ੁਰੂ ਕਰ ਦਿੰਦੇ ਨੇ,
ਮੈਂ ਕਿੰਨੇ ਕੁ ਇਹਨਾਂ ਦੇ ਪਾਪ ਧੋਵਾਂਗੀ, ਕਿੰਨੇ ਕੁ ਪਾਪ ਉਤਾਰਾਂਗੀ, ਇੰਨੀ ਸ਼ਕਤੀ ਮੇਰੇ ਵਿੱਚ ਨਹੀਂ ਹੈ। ਦੇਖੋ ਇਹ ਗੱਲ ਜੇ ਲੌਜਿਕ ਦਲੀਲ ਤੇ ਜਾਓਗੇ ਤੇ ਮੰਨਣੀ ਪੈਗੀ। ਤੁਸੀਂ ਜਦੋਂ ਕੱਪੜੇ ਧੋਨੇ ਹੋ, ਪਾਣੀ ਪਾਉਂਦੇ ਹੋ, ਪਾਣੀ ਵਿੱਚ ਕੋਈ ਪਾਊਡਰ ਪਾਉਂਦੇ ਹੋ, ਕੋਈ ਸਰਫ ਪਾਉਂਦੇ ਹੋ, ਕੋਈ ਹੋਰ ਲਿਕੁਇਡ ਕੋਈ ਚੀਜ਼ ਪਾਉਂਦੇ ਹੋ ਕੱਪੜੇ ਧੋਣ ਲਈ, ਫਿਰ ਕੱਪੜੇ ਪਾਉਂਦੇ ਹੋ ਤੁਸੀਂ। ਕਈ ਵਾਰੀ ਕੱਪੜੇ ਸਾਫ਼ ਹੁੰਦੇ ਨੇ, ਉਹ ਪਾਣੀ ਬਹੁਤਾ ਮੈਲਾ ਨਹੀਂ ਹੁੰਦਾ, ਫਿਰ ਤੁਸੀਂ ਕੁਝ ਕੱਪੜੇ ਹੋਰ ਵੀ ਪਾ ਲੈਂਦੇ ਹੋ। ਪਰ ਕਈ ਵਾਰੀ ਪਹਿਲੀ ਵਾਰੀ ਧੋ ਕੇ ਤੁਸੀਂ ਜਦੋਂ ਕੱਪੜੇ ਕੱਢਦੇ ਹੋ ਤਾਂ ਤੁਸੀਂ ਕੀ ਵੇਖਦੇ ਹੋ ਵੀ ਪਾਣੀ ਬਹੁਤ ਗੰਦਾ ਹੋ ਗਿਆ, ਤੇ ਫਿਰ ਕੀ ਕਰਦੇ ਹੋ ਤੁਸੀਂ? ਪਹਿਲਾਂ ਪਾਣੀ ਕੱਢਦੇ ਹੋ ਵੀ ਨਹੀਂ ਇਸ ਪਾਣੀ ਨਾਲ ਕੱਪੜੇ ਦੁਬਾਰਾ ਨਹੀਂ ਧੁੱਪ ਸਕਦੇ, ਫਿਰ ਨਵਾਂ ਪਾਣੀ ਪਾਉਣਾ ਪੈਂਦਾ ਹੈ। ਹੁਣ ਇਸ ਗੰਗਾ ਨੇ ਕਿਹਾ, ਕਹਿਣ ਲੱਗੀ ਜੀ ਇਹ ਇੰਨੇ ਪਾਪੀ ਹੋ ਗਏ ਨੇ ਲੋਕ ਕਿ ਇਹਨਾਂ ਦੇ ਪਾਪ ਧੋਂਦਿਆਂ ਹੁਣ ਮੈਂ ਹੋਰ ਇਹਨਾਂ ਦੇ ਪਾਪ ਧੋਣ ਜੋਗੀ ਮੇਰੇ 'ਚ ਆਪਣੇ ਵਿੱਚ ਸ਼ਕਤੀ ਨਹੀਂ ਹੈ, ਮੇਰੀ ਆਪਣੀ ਇੰਨੀ ਸਮਰੱਥਾ ਹੀ ਨਹੀਂ ਹੈ, ਤਾਕਤ ਹੀ ਨਹੀਂ ਹੈ ਕਿ ਮੈਂ ਇਹਨਾਂ ਦੇ ਹੋਰ ਪਾਪ ਧੋ ਸਕਾਂ। ਹਾਂਜੀ, ਕਿਰਪਾ ਧਾਰ ਸੋ ਕਰੋ ਉਪਾਈ, ਜਾਂ ਤੇ ਹਵੈ ਸੁਖ ਮੋਹਿ ਸਦਾਈ। ਇਸ ਕਰਕੇ ਤੁਸੀਂ ਕਿਰਪਾ ਕਰੋ, ਕੋਈ ਉਪਾਅ ਕਰੋ ਕਿ ਮੈਨੂੰ ਸੌਖਾ ਸਾਹ ਆਵੇ, ਮੈਂ ਵੀ ਸੁਖੀ ਹੋਵਾਂ। ਮੈਂ ਤੇ ਇਹਨਾਂ ਦੇ ਪਾਪ ਧੋ ਧੋ ਕੇ ਹੀ ਦੁਖੀ ਹੋ ਗਈ ਹਾਂ। ਹਾਂਜੀ, ਤੁਮ ਉਪਕਾਰ ਕਰਨ ਕੇ ਹੇਤਾ, ਦੇਹ ਧਰੀ ਬੇਦੀ ਕੁਲ ਕੇਤਾ। ਤੁਸੀਂ ਆਏ ਹੀ ਪਰ ਉਪਕਾਰ ਕਰਨ ਵਾਸਤੇ ਹੋ, ਤੁਸੀਂ ਬੇਦੀ ਕੁਲ ਦੇ ਸ਼੍ਰੋਮਣੀ ਹੋ, ਤੇ ਜੇ ਆ ਹੀ ਗਏ ਹੋ ਹਰਿਦੁਆਰ ਤੇ ਮੇਰਾ ਵੀ ਭਲਾ ਕਰ ਜਾਓ। ਹਾਂਜੀ, ਸੁਨ ਕਰ ਸੁਰ ਸਰ ਕੀ ਆਸਬਾਨੀ, ਕਿਰਪਾ ਧਾਰ ਬੋਲੇ ਗੁਣ ਖਾਨੀ। ਗੁਰੂ ਜੀ ਨੇ ਇਸ ਸੁਰਸਰੀ ਦੀ ਬੇਨਤੀ ਨੂੰ ਸੁਣਿਆ। ਇਹ ਸੁਰਸਰੀ ਸ਼ਬਦ ਹੈ, ਸੁਸਰੀ ਨਾ ਪੜ੍ਹ ਦਿਓ ਜੀ। ਤੋ ਹਿੰਦੀ ਵਾਲਿਆਂ ਦੀ ਜਿਹੜੀ ਸੁਸਰੀ ਹੈ ਉਹ ਸੱਸ ਨੂੰ ਵੀ ਕਹਿੰਦੇ ਨੇ, ਸਾਡੇ 'ਚ ਸੁਸਰੀ ਜਿਹੜਾ ਕੀੜਾ ਲੱਗਦਾ ਕਣਕ ਨੂੰ ਅਸੀਂ ਉਹਨੂੰ ਕਹਿੰਦੇ ਆ, ਪਰ ਇਹ ਸ਼ਬਦ ਹੈ ਸੁਰਸਰੀ, ਇਹਦਾ ਅਰਥ ਹੈ ਗੰਗਾ। ਸਤਿਗੁਰੂ ਜੀ ਨੇ ਉਸ ਦੀ ਬੇਨਤੀ ਨੂੰ ਸੁਣਿਆ। ਹਾਂਜੀ, ਜੇ ਪਰਮੇਸ਼ਰ ਪਰਮ ਪਿਆਰੇ, ਕਰੋ ਧਿਆਨ ਤਿਨ ਸਾਂਝ ਸਕਾਰੇ। ਸਤਿਗੁਰੂ ਕਹਿਣ ਲੱਗੇ ਤੂੰ ਇਦਾਂ ਕਰਿਆ ਕਰ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਭਗਤੀ ਕਰਨ ਵਾਲੇ ਨੇ, ਜਿਹੜੇ ਰੱਬ ਦੇ ਸੰਤ ਨੇ, ਤੂੰ ਸਵੇਰੇ ਸ਼ਾਮ ਉਹਨਾਂ ਦਾ ਧਿਆਨ ਧਰਿਆ ਕਰ। ਹਾਂਜੀ, ਤੇ ਮੋਹ ਚਰਨ ਆਨ ਜਬ ਪਾਵੇ, ਤਤ ਛਿਨ ਤੁਮਰੇ ਕਲਖੁਨ ਸਾਵੇ। ਉਹਨਾਂ ਦਾ ਧਿਆਨ ਧਰਿਆ ਕਰ ਵੀ ਉਹ ਆਉਣ, ਉਹ ਆ ਕੇ ਤੇਰੇ ਵਿੱਚ ਇਸ਼ਨਾਨ ਕਰਨ, ਉਹਨਾਂ ਦੇ ਚਰਨ ਤੇਰੇ ਵਿੱਚ ਪੈਣ। ਫਿਰ ਕੀ ਹੋਏਗਾ? ਇੱਕ ਤਾਂ ਤੂੰ ਆਪ ਪਵਿੱਤਰ ਹੋਵੇਂਗੀ, ਇੱਕ ਲੋਕਾਂ ਦੇ ਹੋਰ ਪਾਪ ਧੋ ਸਕੇਗੀ, ਲੋਕਾਂ ਦੀ ਮੈਲ ਉਤਾਰ ਸਕੇਗੀ। ਹਾਂਜੀ, ਜਿਉ ਆਵਤ ਕਾਤਿਕ ਕੋ ਮਾਸਾ, ਬਿਮਲ ਸੁਧ ਹਵੈ ਜਾਤ ਆਕਾਸ਼ਾ। ਜਿਵੇਂ ਕੱਤਕ ਦੇ ਮਹੀਨੇ ਵਿੱਚ ਆਕਾਸ਼ ਸ਼ੁੱਧ ਹੋ ਜਾਂਦਾ ਹੈ। ਕਿਹੜਾ ਆਕਾਸ਼? ਜਿਹੜਾ ਸਾਵਣ ਭਾਦੋਂ ਵਿੱਚ ਕਦੇ ਵੀ ਸਾਫ਼ ਨਹੀਂ ਸੀ ਹੋਇਆ। ਬੱਦਲ ਆਕਾਸ਼ ਵਿੱਚ ਘੁੰਮਦੇ ਹੀ ਰਹਿੰਦੇ ਸੀ, ਕਾਲੀਆਂ ਘਟਾਵਾਂ ਬੜੀਆਂ ਹੀ ਰਹਿੰਦੀਆਂ ਸੀ, ਮੀਂਹ ਪੈਂਦੇ ਹੀ ਰਹਿੰਦੇ ਸੀ। ਮੀਂਹ ਨਹੀਂ ਵੀ ਸੀ ਪੈਂਦਾ ਤਾਂ ਵੀ ਆਕਾਸ਼ ਵਿੱਚ ਵੇਖਦੇ ਸੀ, ਬੱਦਲ ਨਜ਼ਰ ਆਉਂਦੇ ਸੀਗੇ। ਪਰ ਜਦੋਂ ਦੀਵਾਲੀ ਦਾ ਮਹੀਨਾ ਆਉਂਦਾ ਹੈ, ਕੱਤਕ ਵਿੱਚ ਆਉਂਦੀ ਹੈ ਦੀਵਾਲੀ, ਜਦੋਂ ਦੀਵਾਲੀ ਦਾ ਮਹੀਨਾ ਆਉਂਦਾ ਹੈ, ਕੱਤਕ ਦੀ ਜਿਹੜੀ ਅਮਾਵਸ ਹੈ, ਮੱਸਿਆ, ਉਸ ਰਾਤ ਦੀਵਾਲੀ ਹੁੰਦੀ ਹੈ। ਤੁਸੀਂ ਵੇਖੋ ਉਸ ਤੋਂ ਬਾਅਦ ਬਿਲਕੁਲ ਆਸਮਾਨ ਜਿਹੜਾ ਉਹ ਕਲੀਅਰ ਹੋ ਜਾਂਦਾ ਹੈ। ਹੁਣ ਇਹ ਵੀ ਕੁਦਰਤ ਦਾ ਕੀ ਨਿਯਮ ਹੈ, ਉਹ ਬੱਦਲ ਕਿੱਥੇ ਜਾਂਦੇ ਨੇ? ਜਿਹੜੇ 2 ਮਹੀਨੇ ਬਰਸਾਤ ਦੀ ਜਿਹੜੀ ਰੁੱਤ ਹੈ, ਸਾਵਣ ਤੇ ਭਾਦੋਂ, ਪੂਰੀ ਧਰਤੀ ਉਹਨਾਂ ਨੇ ਢੱਕੀ ਹੋਈ ਸੀ ਬੱਦਲਾਂ ਨੇ। ਪਰ 2 ਮਹੀਨਿਆਂ ਤੋਂ ਬਾਅਦ ਅਚਾਨਕ 1 ਮਹੀਨਾ ਅਸੁਣ ਦਾ ਵਿੱਚ ਲੰਘਿਆ, ਕੱਤਕ ਦੇ ਵਿੱਚ ਬੱਦਲ ਸਾਫ਼ ਹੋ ਗਏ।
ਸਤਿਗੁਰੂ ਕਹਿੰਦੇ ਜਿਵੇਂ ਕੱਤਕ ਦੇ ਮਹੀਨੇ ਵਿੱਚ ਆਕਾਸ਼ ਨਿਰਮਲ ਹੋ ਜਾਂਦਾ ਹੈ, ਬੱਦਲ ਛੁਪ ਜਾਂਦੇ ਨੇ, ਜਿਉ ਆਵਤ ਕਾਤਕ ਕੇ ਮਾਸਾ ਬਿਮਲ ਸੁਧ ਹਵੈ ਜਾਤ ਆਕਾਸ਼, ਆਕਾਸ਼ ਸਾਫ਼ ਹੋ ਜਾਂਦਾ ਹੈ। ਹਾਂਜੀ, ਤਿਉ ਨਿਰਮਲ ਹੋਵੈ ਤਤਕਾਲਾ, ਸੰਤਨ ਲੱਛਣ ਸੁਨੋ ਰਸਾਲਾ। ਇਵੇਂ ਤੂੰ ਪਵਿੱਤਰ ਹੋ ਜਾਏਂਗੀ, ਇਵੇਂ ਤੂੰ ਨਿਰਮਲ ਹੋ ਜਾਵੇਂਗੀ, ਇਵੇਂ ਤੇਰੇ ਵਿੱਚ ਜਿਹੜੀ ਮੈਲ ਤੇ ਪਾਪ ਭਰੇ ਨੇ ਉਹ ਸਾਫ਼ ਹੋ ਜਾਣਗੇ। ਪਰ ਸਤਿਗੁਰੂ ਕਹਿੰਦੇ ਵੀ ਜਿਹੜੇ ਸੰਤ ਨੇ ਉਹਨਾਂ ਦੇ ਲੱਛਣ ਸੁਣ ਲੈ। ਹਰ ਬੰਦਾ ਸੰਤ ਨਹੀਂ ਜੀ ਹੁੰਦਾ, ਆਪ ਜੀ ਵੀ ਸੁਣ ਲਓ। ਆਪਾਂ ਤੇ ਹਰ ਬੰਦੇ ਨੂੰ ਹੀ ਸੰਤ ਜੀ ਕਹੀ ਜਾਂਦੇ ਆ। ਕੱਪੜੇ ਵੇਖੇ ਤੇ ਸੰਤ ਜੀ ਕਹਿ ਦਿੱਤਾ, ਮੌਲੀਆਂ ਵੇਖੀਆਂ, ਧਾਗੇ ਵੇਖੇ। ਮੈਨੂੰ ਤੇ ਕਈ ਵਾਰੀ 2-2 4-4 ਕਿਲੋ ਸੋਨਾ ਪਾਏ ਵੀ ਸੰਤ ਮਿਲੇ ਨੇ। ਜਦੋਂ ਵੱਡੀਆਂ ਧਾਰਮਿਕ ਸਭਾਵਾਂ ਵਿੱਚ ਜਾਈਦਾ ਦੂਜੇ ਧਰਮਾਂ ਨਾਲ, ਇੱਕ ਵਾਰੀ ਤਾਂ ਐਸੇ ਵੀ ਹਾਲਾਤ ਬਣੇ ਵੀ ਉਹ ਪਤਾ ਨਹੀਂ ਕਿੰਨੇ ਕਿਲੋ ਸੋਨਾ ਸੀ ਉਹਦਾ, ਤੇ ਸੋਨੇ ਕਰਕੇ ਉਹਦੇ ਨਾਲ 2 ਬਾਡੀਗਾਰਡ ਵੀ ਤੁਰਦੇ ਸੀ। ਸ਼ਾਇਦ ਤੁਸੀਂ ਵੀ ਟੀਵੀ ਤੇ ਕਿਤੇ ਵੇਖਿਆ ਹੋਏਗਾ। ਸੰਤੋ ਪੂਰੇ ਸਰੀਰ ਤੇ ਉਹਦੇ ਗਹਿਣੇ ਸੀ, ਪੂਰੇ ਸਰੀਰ ਦੇ ਉੱਪਰ। ਔਰ ਗੋਲਡ ਵੀ ਉਹ ਮੇਰਾ ਖਿਆਲ ਤੇ ਉਹ ਆਪਾਂ ਤਾਂ ਕਹਿੰਦੇ ਵੀ 24 ਕੈਰਟ ਹੁੰਦਾ, ਮੈਨੂੰ ਤਾਂ ਲੱਗਦਾ 26-27 ਕੈਰਟ ਹੋਣਾ, ਕੋਈ ਕਿਤੇ ਹੋਰ ਹੀ ਲਿਆਂਦਾ ਹੋਣਾ। ਉਹ ਲੋੜ ਤੋਂ ਜ਼ਿਆਦਾ ਹੀ ਚਮਕਦਾ ਸੀ, ਜਾਂ ਫਿਰ ਉਹ ਰੋਜ਼ ਹੀ ਸਵੇਰੇ ਉੱਠ ਕੇ ਪਾਲਿਸ਼ ਕਰਦਾ ਹੋਏਗਾ, ਜਿਵੇਂ ਆਪਾਂ ਵੀ ਐਤਵਾਰ ਨੂੰ ਵਾਲ ਰੰਗਦੇ ਹਨ ਵੀ ਕਾਲੇ ਹੋਰ ਹੋ ਜਾਣ। ਐਸਾ ਉਹਨੇ ਗੋਲਡ ਪਾਇਆ ਹੋਇਆ ਸੀ। ਔਰ ਉਹਨੂੰ ਕਹਿੰਦੇ ਵੀ ਬਾਬਾ ਵੀ ਸੋਨੇ ਵਾਲਾ ਬਾਬਾ ਹੀ ਕਹਿੰਦੇ ਸੀ, ਗੋਲਡ ਵਾਲਾ ਬਾਬਾ। ਉਹਦੀ ਪਹਿਚਾਣ ਵੀ ਉਹੀ ਸੀ। ਤੋ ਸਤਿਗੁਰੂ ਕਹਿੰਦੇ ਗੰਗਾ ਨੂੰ ਵੀ ਗੰਗਾ ਮੈਂ ਤੈਨੂੰ ਦੱਸਣਾ ਚਾਹੁੰਦਾ, ਸਾਰੀ ਦੁਨੀਆ ਸੰਤ ਨਹੀਂ ਹੈ। ਸਾਰੇ ਲੋਕ ਪਵਿੱਤਰ ਜੀਵਨ ਵਾਲੇ ਨਹੀਂ ਹੋਇਆ ਕਰਦੇ। ਹਾਂਜੀ, ਸੁਕਤਾ ਰਜਤ ਜਗਤ ਕੋ ਜਾਨਤ, ਹਰਖ ਸ਼ੋਕ ਮੈਂ ਰਹਿਤ ਸਮਾਨਤ। ਕੋਈ ਹੈ ਭਾਈ ਸੁਕਤਾ ਰਜਤ ਜਗਤ ਕੋ ਜਾਨਤ, ਉਹ ਜਗਤ ਨੂੰ ਕੇਵਲ ਇੱਕ ਰੇਤੇ ਦੇ ਵਾਂਗ ਸਮਝਦਾ ਹੋਵੇ, ਉਹ ਜਗਤ ਨੂੰ ਸੰਸਾਰ ਨੂੰ ਕੀਮਤੀ ਕਰਕੇ ਨਾ ਮੰਨੇ। ਹਾਂਜੀ, ਮ੍ਰਿਦਲੁ ਰਿਦਾ ਨਿਤ ਪਰ ਉਪਕਾਰੀ, ਬਿਖੇ ਬਾਸਨਾ ਉਰ ਤੇ ਜਾਰੀ। ਉਹਦੇ ਜੀਵਨ ਵਿੱਚ ਹਰਖ ਵੀ ਨਹੀਂ ਹੋਣਾ ਚਾਹੀਦਾ, ਸ਼ੋਕ ਵੀ ਨਹੀਂ ਹੋਣਾ ਚਾਹੀਦਾ। ਉਹਦਾ ਜੀਵਨ ਮ੍ਰਿਦਲ ਹੋਣਾ ਚਾਹੀਦਾ, ਉਹਦੇ ਅੰਦਰ ਪਰਉਪਕਾਰ ਹੋਣੇ ਚਾਹੀਦੇ ਨੇ। ਬੜੇ ਕੋਮਲ ਹਿਰਦੇ ਦਾ ਸੰਤ ਹੁੰਦਾ ਹੈ, ਤੇ ਜਗਤ ਦੀ ਰਚਨਾ ਨੂੰ ਉਹ ਬਾਰੂਕੀ ਭੀਤ ਸਮਝਦਾ ਵੀ ਇਹ ਤੇ ਰੇਤ ਦੀਆਂ ਕੰਧਾਂ ਨੇ, ਅੱਜ ਢਹਿ ਜਾਣਗੀਆਂ। ਹਾਂਜੀ, ਪਰ ਦੁਖ ਦੇਖ ਦੁਖੀ ਹਵੈ ਜਾਹੀ, ਪਰ ਸੁਖ ਲਖ ਹਰਖੈ ਮਨ ਮਾਹੀ। ਕਿਸੇ ਦਾ ਦੁੱਖ ਵੇਖੇ ਤੇ ਦੁਖੀ ਹੋਵੇ ਉਹ ਸੰਤ ਹੈ। ਕਿਸੇ ਦਾ ਸੁੱਖ ਵੇਖੇ ਤੇ ਖੁਸ਼ ਹੋਵੇ ਵੀ ਚਲੋ ਕੋਈ ਤੇ ਭਰਾ ਚੱਜ ਨਾਲ ਰਹਿੰਦਾ, ਕੋਈ ਤਾਂ ਰੱਜ ਕੇ ਰੋਟੀ ਖਾਂਦਾ, ਕਿਸੇ ਨੂੰ ਤਾਂ ਰੱਬ ਨੇ ਉੱਚੀ ਪਦਵੀ ਤੇ ਬਿਠਾਇਆ। ਜਿਹੜਾ ਸੁਖੀ ਨੂੰ ਵੇਖ ਕੇ ਸੁਖੀ ਹੋਵੇ ਉਹ ਸੰਤ ਹੈ। ਦੁਖੀ ਨੂੰ ਵੇਖ ਕੇ ਦੁਖੀ ਹੋਵੇ ਵੀ ਰੱਬ ਨੇ ਇਹਨੂੰ ਕਿਉਂ ਦੁੱਖ ਦਿੱਤਾ ਹੈ, ਉਹ ਸੰਤ ਹੈ। ਹਾਂਜੀ, ਹਰ ਸਿਮਰਨ ਕੇ ਰੰਗੇ ਰੰਗਾ, ਦ੍ਰੋਹ ਨ ਮੋਹ ਨ ਮਾਨ ਉਤੰਗਾ। ਇਸ ਕਰਕੇ ਉਹ ਵਿਅਕਤੀ ਜਿਹਦੇ ਅੰਦਰ ਹਰਖ ਨਹੀਂ ਹੈ, ਸ਼ੋਕ ਨਹੀਂ ਹੈ, ਹਰ ਸਿਮਰਨ ਕੇ ਰੰਗੇ ਰੰਗਾ, ਜਿਹੜਾ ਰੱਬ ਦੇ ਨਾਮ ਦੇ ਵਿੱਚ ਰੰਗਿਆ ਹੋਇਆ, ਉੱਠਦਾ ਬਹਿੰਦਾ ਰੱਬ ਦੀ ਭਗਤੀ ਕਰਦਾ, ਦ੍ਰੋਹ ਨਾ ਮੋਹ ਨਾ ਮਾਣ ਉਤੰਗਾ, ਹੰਕਾਰ ਨਹੀਂ ਹੈ, ਕਿਸੇ ਨਾਲ ਧੋਖਾ ਨਹੀਂ ਹੈ, ਕੋਈ ਠੱਗੀ ਠੋਰੀ ਨਹੀਂ ਹੈ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਉਹਨੂੰ ਲਾਲਚ ਵੀ ਕੋਈ ਨਹੀਂ ਹੈ ਵੀ ਇੱਕ ਡੇਰਾ ਮੇਰਾ ਇੱਥੇ ਹੋਣਾ ਚਾਹੀਦਾ, ਇੱਕ ਉੱਥੇ ਹੋਣਾ ਚਾਹੀਦਾ, ਇੱਕ ਉੱਥੇ ਹੋਣਾ ਚਾਹੀਦਾ। ਇੰਨੀਆਂ ਤੇ ਕਈਆਂ ਦੀਆਂ ਮੁਲਕਾਂ ਦੀਆਂ ਐਮਬੈਸੀਆਂ ਨਹੀਂ ਹੈ, ਜਿੰਨੇ ਕਈ ਸਾਧਾਂ ਨੇ ਡੇਰੇ ਬਣਾ ਲਏ ਨੇ।
ਇੰਨੇ ਕਿਸੇ ਕੰਟਰੀ ਨੇ, ਹੋ ਸਕਦਾ ਸੰਸਾਰ ਵਿੱਚ ਐਮਬੈਸੀਆਂ ਇੰਨੀਆਂ ਨਾ ਖੋਲੀਆਂ ਹੋਣ, ਕਿਸੇ ਦੀਆਂ 200 ਹੋਣਗੀਆਂ, ਕਿਸੇ ਦੀਆਂ 150 ਹੋਣਗੀਆਂ, 400 ਹੋਣਗੀਆਂ। ਇੱਥੇ ਕਈ ਇੱਦਾਂ ਦੇ ਜਿਹੜੇ ਹਜ਼ਾਰ ਡੇਰਾ ਹੀ ਬਣਾਈ ਬੈਠੇ ਨੇ, ਅੰਬੈਸੀਆਂ ਤੋਂ ਵੀ ਗਾਂਹ ਗਿਣਤੀ ਟਪਾਈ ਹੋਈ ਹੈ। ਨਹੀਂ, ਉਹ ਸੰਤ ਨਹੀਂ ਹੋ ਸਕਦਾ। ਸੰਤ ਉਹ ਜਿਹਨੂੰ ਮੋਹ ਹੀ ਕੋਈ ਨਹੀਂ, ਲਾਲਚ ਹੀ ਕੋਈ ਨਹੀਂ ਹੈ। ਸਤਿਗੁਰ ਕਿਰਪਾ ਕਰਨ। ਸਮੇਂ ਦੀ ਇੱਕ ਆਪਣੀ ਸੀਮਾ ਹੈ। ਅਗਲੀ ਕਥਾ ਆਪਾਂ ਕੱਲ੍ਹ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।